कि आप ज़्यादा तो ज़्यादा गल कर सकीए। सो शुरुआत मैं सीएम साहब जलंधर तो ही करना चाहूँगा। तुसी जलंधर जिमनी चोन दे विच इस वेले ਵੱਖ-ਵੱਖ ਥਾਵਾਂ ਤੇ जा रहे हो, प्रचार कर रहे हो। बहुत सारियां चीज़ां ਹੁੰਦੀਆਂ ਜਿਹੜੀਆਂ ਤੁਸੀਂ सत्ता ਚ ਆਉਣ ਤੋਂ ਬਾਅਦ महसूस करते हो। एक संगरूर ਦਾ इलैक्शन ਸੀ, ਉਹ ਇਮੀਡੀਏਟਲੀ ਬਾਅਦ ਆ ਗਿਆ ਸੀ, 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ। ਉਦੋਂ कुछ डिफरेंट सिनेरियो सी। हुण क्योंकि तुहानूं 1 साल हो गया सरकार चलाउंदिਆਂ ਨੂੰ, बहुत सारियां चीज़ां तुसीं देखियां होणीਆਂ। जलंधर जिमनी चोन दे विच तुसीं खुद बिजली का बिल जीरो आना, ਉਹਦਾ 3-4 हज़ार रुपया बच जाना, ਉਹ 3-4 हज़ार रुपये ਨਾਲ ਹੀ ਉਹਦੀ ਜਿਹੜੀ ਕਬੀਲਦਾਰੀ ਦੀ ਗੱਡੀ ਹੈ ਉਹ ਲੀਹ ਤੇ ਚੜ ਜਾਂਦੀ ਹੈ। ਸੋ ਮੈਂ ਜਲੰਧਰ ਦੇ ਲੋਕਾਂ ਨੂੰ ਮਿਲ ਰਿਹਾ। ਜਲੰਧਰ ਜਿਹੜਾ ਬਜ਼ੁਰਗ ਬਾਹਰ ਨਿਕਲ ਕੇ ਜੋਸ਼ ਨਾਲ ਮਾਨ ਸਨਮਾਨ ਕਰ ਰਹੇ ਨੇ, ਇਹਦਾ ਮਤਲਬ ਲੋਕ ਜਿਹੜੇ ਨਵੀਂ ਕਹਾਣੀ ਲਿਖਣ ਨੂੰ ਫਿਰਦੇ ਆ। ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਜਿਹੜੇ ਨੇ ਉਹ ਇਸ ਵਾਰ ਕਿਉਂਕਿ 60 ਸਾਲ ਉਧਰ ਕਾਂਗਰਸ ਨੂੰ ਵੋਟਾਂ ਦਿੱਤੀਆਂ, ਅਸੀਂ 11 ਮਹੀਨੇ ਮੰਗ ਰਹੇ ਹਾਂ, ਸਿਰਫ 11 ਮਹੀਨੇ, ਕਿਉਂਕਿ ਅਗਲੇ ਇਹਨਾਂ ਦਿਨਾਂ 'ਚ ਅਗਲੇ ਸਾਲ ਇਲੈਕਸ਼ਨ ਕੋਡ ਲੱਗਿਆ ਹੋਊਗਾ, ਪ੍ਰਧਾਨ ਮੰਤਰੀ ਦੀਆਂ ਵੋਟਾਂ ਪੈ ਰਹੀਆਂ ਹੋਣਗੀਆਂ ਤੇ ਅਪ੍ਰੈਲ 'ਚ ਕੋਡ ਲੱਗ ਜਾਣਾ। ਸੋ ਮਈ ਹੋ ਗਈ, ਸੋ 11 ਮਹੀਨੇ, ਸਿਰਫ 11 ਮਹੀਨਿਆਂ ਵਾਸਤੇ ਅਸੀਂ ਕਿਹਾ 11 ਮਹੀਨੇ ਚੈੱਕ ਕਰ ਲਓ, ਜੇ 11 ਮਹੀਨੇ ਨਾ ਚੰਗੇ ਨਿਕਲੇ, ਅਸੀਂ ਨਿਕੰਮੇ ਨਿਕਲੇ, ਸਾਨੂੰ ਤੁਹਾਡਾ ਜ਼ਿਆਦਾਤਰ ਪੋਲੀਟੀਕਲ ਕੈਰੀਅਰ ਜਿਹੜਾ ਹੈ ਉਹ ਫੋਕਸਡ ਮਾਲਵਾ ਤੇ ਰਿਹਾ, ਜਿੱਥੋਂ ਤੁਸੀਂ ਸ਼ੁਰੂ ਕੀਤਾ, ਲੰਬੇ 6-7 ਸਾਲ ਤੱਕ ਤੁਸੀਂ ਰਹੇ। ਔਰ ਉਸ ਤੋਂ ਬਾਅਦ ਹੁਣ ਇੱਕਦਮ ਦੁਆਬੇ ਦੇ, ਚਲੋ ਜਦੋਂ ਵਿਧਾਨ ਸਭਾ ਇਲੈਕਸ਼ਨ ਸੀਗੇ ਉਦੋਂ ਤੁਹਾਨੂੰ ਉਹਨਾਂ ਮੌਕਾ ਨਹੀਂ ਮਿਲਦਾ ਲੋਕਾਂ ਦੇ ਨੇੜੇ ਹੋਣ ਦਾ, ਬਜਾਏ ਜੇ ਇੱਕ ਹਲਕੇ ਦੀ ਚੋਣ ਹੋਵੇ ਤਾਂ। ਸੋ ਹੁਣ ਤੁਸੀਂ ਦੁਆਬੇ ਦੇ ਵਿੱਚ ਕੀ ਮਹਿਸੂਸ ਕਰ ਪਾਏ ਹੋ ਕਿ ਲੋਕਾਂ ਦੀ ਐਕਸਪੈਕਟੇਸ਼ਨ ਕੀ ਹੈ ਤੁਹਾਡੇ ਤੋਂ? ਬਿਲਕੁਲ, ਪਹਿਲਾਂ ਜ਼ਿਆਦਾ ਜਿਹੜਾ ਮੇਰਾ ਪ੍ਰਚਾਰ ਦਾ ਸਮਾਂ ਸੀਗਾ ਮਾਲਵੇ ਜਾਂਦਾ ਸੀ ਜੀ, ਤਾਂ ਦੁਆਬੇ 'ਚ ਵੀ ਆਇਆ। ਦੁਆਬੇ ਨੇ ਇਸ ਵਾਰ 4 ਸੀਟਾਂ ਤਾਂ ਜਲੰਧਰ ਲੋਕ ਸਭਾ 'ਚ ਦਿੱਤੀਆਂ। ਸਾਡੇ ਕੋਲ ਦਸੂਹਾ ਜਿੱਤਿਆ ਹੋਇਆ ਹੈ, ਸਾਡੇ ਕੋਲ ਹੁਸ਼ਿਆਰਪੁਰ ਜਿੱਤਿਆ ਹੋਇਆ ਹੈ, ਸਾਡੇ ਕੋਲ ਟਾਂਡਾ ਜਿੱਤਿਆ ਹੋਇਆ ਹੈ, ਤੇ ਸਾਡੇ ਕੋਲ ਚੱਬੇਵਾਲ ਜਿਹੜਾ ਉਹ ਜਿੱਤਿਆ ਹੋਇਆ, ਸ਼ਾਮ 84। ਸੋ ਦੁਆਬੇ ਨੇ ਸਾਨੂੰ ਬਹੁਤ ਸਾਰਾ ਮਾਣ ਤਾਣ ਦਿੱਤਾ। ਥੋੜਾ ਜਿਹਾ ਇੱਥੇ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਮਾਲਵੇ ਨਾਲੋਂ ਥੋੜ੍ਹੀਆਂ ਜਿਹੀਆਂ ਵੱਖਰੀਆਂ ਨੇ। ਇੱਥੇ ਲੋਕ ਜ਼ਿਆਦਾਤਰ ਕੰਮਕਾਰ ਕਰਦੇ ਆ, ਸਰਵਿਸ ਨਾਲ ਰਿਲੇਟਡ ਹੈ, ਇੰਡਸਟਰੀ ਹੈ, ਜਲੰਧਰ ਸਪੋਰਟਸ ਇੰਡਸਟਰੀ ਹੈ। ਅੱਜ ਹੀ ਮੈਂ ਪਹਿਲੀ ਸ਼ਿਪਮੈਂਟ ਨੂੰ ਹਰੀ ਝੰਡੀ ਦੇ ਕੇ ਆਇਆ ਜਲੰਧਰ ਦੀਆਂ ਬਣੀਆਂ ਹੋਈਆਂ ਰਗਬੀ ਬਾਲਸ ਨਾਲ। ਜੀ, ਨਵੰਬਰ ਦਸੰਬਰ 2023 ਜਿਹੜਾ ਫਰਾਂਸ ਦੇ ਵਿੱਚ ਰਗਬੀ ਦਾ ਵਰਲਡ ਕੱਪ ਹੋ ਰਿਹਾ ਹੈ, ਉਹ ਖੇਡਿਆ ਜਾ ਰਿਹਾ ਹੈ। ਅੱਜ ਪਹਿਲੀ ਸ਼ਿਪਮੈਂਟ ਗਈ ਹੈ। ਸੋ ਸਾਡੀਆਂ ਇੱਥੋਂ ਜਲੰਧਰ ਦੀ ਸਪੋਰਟਸ ਇੰਡਸਟਰੀ ਬਹੁਤ ਕਮਾਲ ਹੈ। ਸੋ ਇੱਥੇ ਜਲੰਧਰ ਦੇ ਲੋਕ ਜਿਹੜੇ ਨੇ ਉਹ ਇਨਕਲਾਬੀ ਲੋਕ ਨੇ। ਬਿਲਗੇ ਗਿਆ, ਬਿਲਗਾ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ, ਮਾਓ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸੋ ਇਹਨਾਂ ਲੋਕਾਂ ਨੇ ਮਿਲ ਕੇ ਵੀ ਉਹੀ ਗੱਲ ਕਹੀ ਹੈ ਜੋ ਬਾਕੀ ਸਾਰਾ ਪੰਜਾਬ ਕਹਿੰਦਾ ਹੈ, ਰੋਜ਼ਗਾਰ ਮਿਲ ਜੇ ਜੀ, ਭ੍ਰਿਸ਼ਟਾਚਾਰ ਤੋਂ ਖਹਿੜਾ ਛੁੱਟ ਜੇ ਜੀ, ਤੇ ਬਾਕੀ ਸਾਨੂੰ ਕੋਈ ਸੋਸ਼ਲ ਸਿਕਿਉਰਿਟੀ ਜਾਨ ਮਾਲ ਦੀ ਰਾਖੀ। ਮਾਨ ਸਾਹਿਬ, ਤੁਸੀਂ NRI ਦਾ ਜ਼ਿਕਰ ਕੀਤਾ, ਪਿਛਲੇ ਦਿਨਾਂ 'ਚ ਤੁਸੀਂ ਇੱਕ ਗੱਲ ਵੀ ਕਹੀ ਸੀ ਕਿ PTU ਪੰਜਾਬ ਟੈਕਨੀਕਲ ਯੂਨੀਵਰਸਿਟੀ 45% ਦਾਖਲੇ ਪੰਜਾਬੀਆਂ ਦੇ ਹੈਗੇ, 33%। ਔਰ ਇਸੇ ਤਰੀਕੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਉੱਥੇ ਮੋਸਟਲੀ ਜਾਂ ਤਾਂ ਨੌਨ ਪੰਜਾਬੀ ਨੇ ਜਾਂ ਵਿਦੇਸ਼ਾਂ ਤੋਂ ਆਏ ਹੈ। ਲੇਕਿਨ ਪੰਜਾਬ ਦਾ ਨੌਜਵਾਨ 12ਵੀਂ ਕਰਨ ਤੋਂ ਬਾਅਦ, ਖਾਸ ਤੌਰ ਤੇ ਦੁਆਬਾ ਦਾ, ਕੈਨੇਡਾ, ਤੁਸੀਂ ਨਕੋਦਰ ਗਏ, ਤੁਸੀਂ ਸ਼ਾਹਕੋਟ ਗਏ, ਉੱਥੇ ਕਈ ਪਿੰਡ ਜਿਹੜੇ ਨੇ ਪੂਰੀ ਤਰੀਕੇ ਨਾਲ ਖਾਲੀ ਹੋ ਗਏ, ਉੱਥੇ ਤੁਹਾਨੂੰ ਬਜ਼ੁਰਗ ਨਜ਼ਰ ਆਏ ਹੋਣਗੇ। ਕਿਵੇਂ ਇਹ ਹੋਏਗਾ ਕਿ PTU 'ਚ ਐਡਮਿਸ਼ਨ ਫੁੱਲ ਹੋ ਜੇ, ਬਾਕੀ ਯੂਨੀਵਰਸਿਟੀ 'ਚ ਐਡਮਿਸ਼ਨ ਫੁੱਲ ਹੋ ਜਾਣ? ਕੋਈ ਫਾਰਮੂਲਾ ਹੈ? ਦੇਖੋ, ਦੁਆਬੇ ਦੇ ਲੋਕ ਸਭ ਤੋਂ ਪਹਿਲਾਂ ਬਾਹਰ ਗਏ ਸੀਗੇ। ਇੰਗਲੈਂਡ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਤੋਂ ਲੋਕ ਚਲੇ ਗਏ ਸੀਗੇ। ਜਿਹੜਾ ਹੁਣ ਰੁਝਾਨ ਹੈ ਇਹਦੇ 'ਚ ਕੋਈ ਦੁਆਬਾ ਜਾਂ ਮਾਝਾ ਜਾਂ ਮਾਲਵਾ ਨਹੀਂ। ਹੁਣ ਤਾਂ ਚੀਮਾ ਮੰਡੀ ਵੀ ਸਾਡੇ ਆਈਲੈਟਸ ਦਾ ਸੈਂਟਰ ਹੈ, ਭੀਖੀ ਵੀ ਹੈ, ਮਾਨਸਾ ਵੀ ਹੈ। ਸੋ ਹੁਣ ਮਾਲਵੇ ਵਾਲੇ ਵੀ ਹਾਂ। ਸੋ ਹੁਣ ਕਿਉਂਕਿ ਯੂਥ ਜਿਹੜਾ ਉਹ ਇਸ ਤੋਂ ਪਹਿਲਾਂ ਵਾਲਾ ਜਿਹੜਾ ਸਿਸਟਮ ਚੱਲਦਾ ਰਿਹਾ ਸਰਕਾਰਾਂ ਦਾ, ਉਹ 'ਚ ਉਹਨਾਂ ਨੂੰ ਕੋਈ ਉਮੀਦ ਦੀ ਕਿਰਨ ਨਹੀਂ ਨਜ਼ਰ ਆਈ ਕਿ ਨਾ ਤਾਂ ਕੋਈ ਨੌਕਰੀਆਂ ਕੱਢੀਆਂ, ਨਾ ਕੋਈ ਇਸ ਤਰ੍ਹਾਂ ਦਾ ਇੰਸਟੀਚਿਊਟ ਖੋਲ੍ਹਿਆ ਵੀ ਜਿੱਥੇ ਕੰਮ ਕਰ ਸਕਣ, ਨਾ ਕੋਈ ਇੰਡਸਟਰੀ ਲੈ ਕੇ ਆਏ ਵੀ ਉੱਥੇ ਸਾਡੇ ਮੁੰਡੇ ਨੂੰ ਕੁੜੀਆਂ ਨੂੰ ਡਿਗਰੀ ਮੁਤਾਬਕ ਕੰਮ ਮਿਲ ਜੇ। ਸੋ ਇਹ ਅਸੀਂ ਇਸ ਗੱਲ 'ਤੇ ਹੁਣ ਫੋਕਸ ਕਰ ਰਹੇ ਹਾਂ ਕਿ ਅਸੀਂ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਸਰਕਾਰੀ ਵੀ ਤੇ ਪ੍ਰਾਈਵੇਟ ਵੀ ਪੈਦਾ ਕਰ ਰਹੇ ਹਾਂ। 29,023 ਹੁਣ ਤੱਕ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡ ਚੁੱਕੇ ਹਾਂ 1 ਸਾਲ 'ਚ।
ਔਰ 29,023 ਚੋਂ ਇੱਕ ਵੀ ਜਿਹੜਾ ਕੋਈ ਜਿਹਨੂੰ ਨੌਕਰੀ ਮਿਲੀ ਹੈ ਉਹ ਕਚਹਿਰੀ 'ਚ ਨਹੀਂ ਗਿਆ, ਕੋਰਟ 'ਚ ਨਹੀਂ ਗਿਆ, ਆਫਿਸ 'ਚ ਗਿਆ। ਪਹਿਲਾਂ ਕੀ ਹੁੰਦਾ ਸੀਗਾ, ਕੁਝ ਦੇਖਦੇ ਨਹੀਂ ਕਰਦੇ ਨਹੀਂ ਸੀਗੇ, ਚੱਕ ਕੇ ਅਨਾਉਂਸਮੈਂਟ ਕਰ ਦਿਓ ਆਖਰੀ ਸਾਲ ਹੈ, 3 ਮਹੀਨੇ ਰਹਿ ਗਏ, ਲੋਕਾਂ 'ਚ ਇਹ ਲੱਗੂਗਾ, ਨੌਕਰੀਆਂ ਵੰਡਣ ਲੱਗ ਗਏ, ਉਧਰੋਂ ਕੋਡ ਲੱਗ ਜਾਂਦਾ ਸੀ ਜਾਂ PIL ਪੈ ਜਾਂਦੀ ਸੀ, ਲਿਟੀਗੇਸ਼ਨ ਚੁਲ ਜਾਂਦਾ ਸੀ। ਤੁਸੀਂ ਕਹਿ ਰਹੇ ਹੋ ਰੋਜ਼ਗਾਰ ਦੇ ਰਹੇ ਹੋ, ਬਾਹਰ ਨਹੀਂ ਜਾਣਗੇ। ਰੋਜ਼ਗਾਰ ਹੀ ਇੱਕ ਚੀਜ਼ ਹੈ ਜਿਹੜੀ ਉਹਨਾਂ ਨੂੰ ਇੱਥੇ ਰੋਕੂਗੀ, ਅਦਰਵਾਈਜ਼ ਕਿਸੇ ਦਾ ਦਿਲ ਨਹੀਂ ਕਰਦਾ ਜੀ ਕਿ ਉਹ 7 ਸਮੁੰਦਰ ਪਾਰ ਜਾਵੇ। ਉੱਥੇ ਕਿਹੜਾ ਸੌਖਾ ਕੰਮ ਹੈ ਜੀ, ਉੱਥੇ ਰਾਤਾਂ ਨੂੰ ਟੈਕਸੀਆਂ ਚਲਾਉਂਦੇ ਨੇ, ਰਾਤਾਂ ਨੂੰ ਉਹ ਬਹੁਤ ਡੇਂਜਰਸ ਪੈਟਰੋਲ ਪੰਪ ਨੇ ਉੱਥੇ, ਜਿੱਥੇ ਅਜੇ ਕੱਲ ਪਰਸੋਂ ਹੀ 2 ਘਟਨਾਵਾਂ ਹੋਈਆਂ ਨੇ ਕਿ ਸਾਡੇ ਪੰਜਾਬੀ ਮੁੰਡੇ ਉਹਨਾਂ ਸੌਖਾ ਨਹੀਂ ਰਿਹਾ ਜੋ ਪਿਛਲੇ ਉੱਥੇ ਬਹੁਤ ਔਖਾ ਹੈ ਜੀ। ਸੋ ਪਰ ਜੇ ਇੱਥੇ ਹੀ ਰਹਿ ਲੈਣ, ਇੱਥੇ ਹੀ ਕੰਮਕਾਰ ਮਿਲੇ, ਡਿਗਰੀਆਂ ਮੁਤਾਬਕ ਕੰਮ ਮਿਲ ਜੇ, ਸ਼ਾਮ ਨੂੰ ਆਪਣੇ ਮਾਪਿਆਂ 'ਚ ਆਪਣੇ ਬੱਚਿਆਂ 'ਚ ਵਾਪਸ ਆਉਣ, ਤਾਂ ਮੈਨੂੰ ਨਹੀਂ ਲੱਗਦਾ ਕਿ ਇੱਥੇ ਇਹੀ ਮੁੰਡੇ ਕਹਿੰਦੇ ਅਗਰ MBA ਕਰ ਲਈ ਜਾਂ ਅਸੀਂ ਜ਼ਿਆਦਾ ਪੜ੍ਹ ਲਿਆ 20-25,000 15,000 ਇੰਨੀ ਤਨਖਾਹ, ਇਸ ਕਰਕੇ ਜਾਂ ਤਾਂ ਅਸੀਂ ਬੈਂਗਲੌਰ ਜਾਣਾ ਪੈਂਦਾ ਜਾਂ ਸਾਨੂੰ ਗੁੜਗਾਉਂ ਜਾਣਾ ਪੈਂਦਾ ਜਾਂ ਫਿਰ ਅਸੀਂ 12 ਕਰਕੇ ਕੈਨੇਡਾ ਨਿਕਲ ਜਾਂਦੇ ਹਾਂ, ਉੱਥੇ ਡਾਲਰਾਂ 'ਚ ਪੈਸੇ ਆਉਂਦੇ। ਦੇਖੋ ਪੰਕਜ ਕੀ ਹੈ ਕਿ ਜੇ ਅਸੀਂ ਬੈਂਗਲੌਰ, ਹੈਦਰਾਬਾਦ, ਪੂਨੇ ਵਾਲਿਆਂ ਨੂੰ ਇੱਧਰ ਲੈ ਆਈਏ ਔਰ ਆ ਰਹੇ ਨੇ, ਮੈਂ ਗਿਆ ਇਨਵੈਸਟਮੈਂਟ ਸਬਮਿਟ ਵਾਸਤੇ, ਮੈਂ ਕੱਲੇ ਨੂੰ ਮਿਲਿਆ, ਮੈਂ ਇੱਦਾਂ ਬਿਠਾ ਕੇ ਕਿਸੇ 5 ਸਟਾਰ ਹੋਟਲ 'ਚ ਇੱਦਾਂ ਬਿਠਾ ਕੇ ਨਹੀਂ ਕੀਤਾ, ਮੈਂ ਕੱਲੇ ਨੂੰ ਵੀ ਮਿਲਿਆ। ਉਸ ਤੋਂ ਬਾਅਦ ਇਨਵੈਸਟਮੈਂਟ ਸਬਮਿਟ ਹੋ ਗਿਆ, ਉਹ ਇੱਕ ਸਬਮਿਟ ਸੀ, ਉੱਥੇ ਸਾਰੇ ਮਿਲੇ ਸੀ। ਉਸ ਤੋਂ ਬਾਅਦ ਹੁਣ ਕੱਲੇ ਨੂੰ ਬੁਲਾ ਰਹੇ ਆ ਤੇ ਟਾਟਾ ਸਟੀਲ ਆ ਰਿਹਾ ਹੈ, ਇੰਡੀਆ ਦਾ 2nd ਬਿਗੇਸਟ ਪਲਾਂਟ ਹੋਊਗਾ ਜਮਸ਼ੇਦਪੁਰ ਤੋਂ ਬਾਅਦ, ਲੁਧਿਆਣੇ 'ਚ ਉਹਨਾਂ ਨੇ ਭੂਮੀ ਪੂਜਨ ਕਰਕੇ ਕੰਸਟਰਕਸ਼ਨ ਚੱਲ ਰਹੀ ਹੈ। ਤਾਂ ਕਿੰਨੇ MBAs, ਕਿੰਨੇ M.Tech ਵਾਲੇ ਮੁੰਡੇ ਉੱਥੇ ਟਾਟਾ ਸਟੀਲ ਚਾਹੀਦੇ ਹੋਣਗੇ। JSW ਦਾ ਉਦਘਾਟਨ ਕਰਕੇ ਆਇਆ ਰਾਜਪੁਰੇ, ਉਹ ਦੁਨੀਆ ਦੀ ਸਭ ਤੋਂ ਵੱਡੀ ਸਟੀਲ ਕਲਰ ਕੋਟਿੰਗ ਲਾਈਨ ਹੈ, ਉਹ 'ਚ ਬਹੁਤ ਸਾਰਾ ਸਟੀਲ ਜਿਹੜਾ ਉਹ ਕਲਰ ਕੋਟਿੰਗ ਹੁੰਦੀ ਹੈ, ਉੱਥੇ 600 ਮੁੰਡੇ ਨੂੰ ਕੰਮ ਦੇ ਰਹੇ ਨੇ, 250 ਕਰੋੜ ਰੁਪਏ ਦਾ ਕੰਮ ਹੈ। ਸਨਾਤਨ ਟੈਕਸਟਾਈਲ ਆ ਰਿਹਾ ਤੇ ਕਿਸਾਨ ਕੈਚਅਪ, ਤੁਸੀਂ ਇਹ ਦੇਖੋ ਬਰਾੜ ਸਾਹਿਬ, ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ, ਜੇ ਉਹਨਾਂ ਨੂੰ ਪੁੱਛੋਗੇ ਤਾਂ ਹੀ ਦੱਸਣਗੇ। ਕਿਸਾਨ ਕੈਚਅਪ ਨਾਭੇ ਬਣਾਉਂਦੇ ਆ, ਟਮਾਟਰ ਨਾਸਿਕ ਤੋਂ ਆਉਂਦੇ, ਟਮਾਟਰ ਨਾਸਿਕ। ਮੈਂ ਕਹੀ ਤੁਸੀਂ ਸਾਨੂੰ ਦੱਸੋ ਕਿਹੜੇ ਟਮਾਟਰ ਪੈਦਾ ਕਰਨੇ ਨੇ, ਅਸੀਂ ਨਾਭੇ ਦੇ ਆਲੇ ਦੁਆਲੇ ਅਮਰਗੜ੍ਹ, ਭਾਦਸੋਂ, ਹਾਂਜੀ ਭਵਾਨੀਗੜ੍ਹ, ਸਾਡੇ ਕੋਲੇ ਆਲੇ ਦੁਆਲੇ ਬਾਗੜੀਆਂ, ਸਾਰੀ ਜ਼ਮੀਨ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ, ਤੁਸੀਂ ਸਾਨੂੰ ਦੱਸੋ ਕਿਹੜੀ ਕਿਸਮ ਦਾ ਟਮਾਟਰ ਹੈ, ਅਸੀਂ ਤੁਹਾਨੂੰ ਇੱਥੇ ਪੈਦਾ ਕਰਕੇ ਦਿੰਨੇ ਆ। ਤਾਂ ਤੁਹਾਨੂੰ PAU ਵਾਲਿਆਂ ਨਾਲ ਮਿਲਾਉਂਦੇ ਆ, ਉਹਨਾਂ ਦੀ ਆਪਸ 'ਚ ਗੱਲ ਕਰਾਤੀ, ਨਾਲੇ ਤਾਂ ਜੀ ਟਮਾਟਰ ਉਹਨਾਂ ਨੂੰ ਇੱਥੇ ਹੀ ਮਿਲੂਗਾ, ਨਾਲੇ ਸਾਡਾ ਕੁਛ ਏਕੜ, ਕੁਛ ਹਜ਼ਾਰ ਏਕੜ ਝੋਨੇ ਤੋਂ ਖੜਾ ਛੁੱਟ ਜਾਊਗਾ, ਝੋਨੇ ਤੋਂ ਖੜਾ ਛੁੱਟ ਜਾਊਗਾ, ਪਾਣੀ ਬਚ ਜਾਊਗਾ ਧਰਤੀ ਥੱਲੇ, ਬਿਜਲੀ ਬਚ ਜਾਊਗੀ। ਸੋ ਜੇ ਤੁਹਾਡੇ ਕੋਲ ਆਈਡੀਆਜ਼ ਹੋਣ, ਸੱਚੇ ਦਿਲੋਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤਾਂ ਸਭ ਕੁਝ ਹੋ ਸਕਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਘੱਟੋ ਘੱਟ 2 ਲੱਖ ਤੋਂ ਉੱਪਰ ਬੱਚੇ ਨੂੰ ਅਸੀਂ ਇੰਡਸਟਰੀ ਰਾਹੀਂ ਹਾਈ ਕਲਾਸ ਨੌਕਰੀਆਂ ਦੇਣੀਆਂ ਨੇ। ਮੈਂ ਆਪ ਵੀ ਮੈਂ ਇਹ ਕਿਹਾ ਸੀ ਕਿ ਮੈਂ ਪੰਜਾਬ ਦੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਹੱਥ 'ਚ ਮੈਂ ਉੱਚ ਪੱਧਰੀ ਨਿਯੁਕਤੀ ਪੱਤਰ, ਡਿਗਰੀਆਂ, ਇੰਟਰਨੈਸ਼ਨਲ ਖੇਡਾਂ ਦੇ ਮੁਕਾਬਲਿਆਂ ਦੇ 골ਡ ਮੈਡਲ, ਸਿਲਵਰ ਮੈਡਲ ਮੈਂ ਦੇਖਣੇ ਚਾਹੁੰਦਾ। ਮੈਂ ਉਹਨਾਂ ਦੇ ਹੱਥ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਦੇਖਣੀ ਚਾਹੁੰਦਾ ਜਿਹੜੀ ਗੈਰ ਸਮਾਜਿਕ ਹੋਵੇ ਜਾਂ ਜਿਹੜੀ ਉਹਨਾਂ ਦੇ ਹੱਥ 'ਚ ਹੋਵੇ ਤੇ ਉਹਦੇ ਨਾਲ ਪਰਚਾ ਹੁੰਦਾ ਹੋਵੇ। ਤੁਸੀਂ ਕੈਂਪੇਨ ਕਰ ਰਹੇ ਹੋ ਜਲੰਧਰ 'ਚ ਇਸ ਵੇਲੇ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਿਹਾ, ਉਮੀਦਾਂ, ਕਈ ਵਾਰੀ ਉਮੀਦਾਂ ਵੱਡੀਆਂ ਐਡੀਆਂ ਹੋ ਜਾਂਦੀਆਂ ਕਿ ਉਹਨਾਂ ਨੂੰ ਪੂਰਾ ਕਰਨ ਲਈ ਉਨੀਆਂ ਹੀ ਜ਼ਿਆਦਾ ਚੁਣੌਤੀਆਂ ਆ ਜਾਂਦੀਆਂ। ਨੌਕਰੀਆਂ ਦਾ ਇਸ਼ੂ ਲੈ ਲਈਏ, ਤੁਸੀਂ ਕਿਸਾਨੀ ਦੀ ਗੱਲ ਕੀਤੀ, ਸਿਸਟਮ ਦੇ ਵਿੱਚ ਜਿੰਨੇ ਫਲॉज ਨੇ ਉਹਨਾਂ ਨੂੰ ਫਿਲ ਕਰਨਾ ਸਰਕਾਰ ਦੇ ਲਈ ਕਿੱਡੀ ਵੱਡੀ ਚੁਣੌਤੀ ਹੈ। ਕਿਵੇਂ ਤੁਸੀਂ, ਹਰ ਇੱਕ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਹੈ ਤੇ ਹਰ ਕਿਸੇ ਨੂੰ ਪਤਾ ਹੈ, ਪਰ ਉਹਨੂੰ ਕਿਵੇਂ ਤੁਸੀਂ ਬੈਲੈਂਸ ਕਰੋਗੇ ਇਹਨਾਂ ਚੀਜ਼ਾਂ? ਨਹੀਂ, ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ। 92 ਸੀਟਾਂ ਪਹਿਲੀ ਵਾਰ ਆਈਆਂ ਤਾਂ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਵੀ ਵੱਜ ਜਾਂਦੀਆਂ ਨੇ ਕਿ ਹੁਣ ਕੋਈ ਜਾਦੂ ਦੀ ਛੜੀ ਚੱਲੂਗੀ ਤੇ ਪੰਜਾਬ ਜਿਹੜਾ 70 ਸਾਲ ਜੋ ਸੰਤਾਪ ਭੁਗਦਾ ਰਿਹਾ ਉਹ ਤਾਂ ਠੀਕ ਹੋ ਜਾਊਗਾ। ਪਰ ਅਸੀਂ ਵੀ ਲੋਕਾਂ ਨੂੰ ਕਿਹਾ ਕਿ ਅਸੀਂ ਸ਼ੁਰੂ ਕਰਤਾ ਸੀ, ਪਹਿਲੇ ਦਿਨ ਹੀ ਸ਼ੁਰੂ ਕਰਤਾ। ਅਸੀਂ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਹੈਲਪਲਾਈਨ ਹੈ ਪਹਿਲੇ ਦਿਨ ਜਾਰੀ ਕਰਤੀ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਸ਼ੁਰੂ ਕਰਤਾ। ਅਸੀਂ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਲਾਗੂ ਕਰਤਾ। ਅਸੀਂ 1 ਜੁਲਾਈ ਤੋਂ ਬਿਜਲੀ ਦੇ ਬਿੱਲ ਜ਼ੀਰੋ ਕਰਤੇ, ਜੋ ਕਿ ਅੱਜ ਤੱਕ ਜ਼ੀਰੋ ਆ ਰਹੇ ਨੇ। 85 ਤੋਂ 87% ਘਰਾਂ ਨੂੰ ਬਿਜਲੀ ਬਿੱਲ ਜ਼ੀਰੋ। ਅਸੀਂ ਪਚਵਾੜਾ ਜਿਹੜੀ ਕੋਲ ਮਾਈਨ ਚਲਾ ਲਈ ਜਿਹੜੀ ਝਾਰਖੰਡ 'ਚ ਹੈ। ਅਸੀਂ ਬਿਜਲੀ ਇਸ ਵਾਰ ਨਾ ਤਾਂ ਇੰਡਸਟਰੀ ਨੂੰ, ਨਾ ਘਰੇਲੂ ਤੇ ਨਾ ਹੀ ਖੇਤਾਂ ਨੂੰ ਅਸੀਂ ਕਮੀ ਨਹੀਂ ਆਉਣ ਦਿੱਤੀ, ਤੇ ਨਾ ਹੀ ਬਿਜਲੀ ਬੋਰਡ ਤੇ ਕਰਜ਼ਾ ਚੜ੍ਹਨ ਦਿੱਤਾ ਹੈ, ਉਹ ਵੀ ਮੋੜਤਾ। ਸੋ ਅਸੀਂ ਸਕੂਲ ਆਫ ਐਮੀਨੈਂਸ ਖੋਲ੍ਹਣ ਲੱਗ ਗਏ। ਅਸੀਂ, ਤੁਸੀਂ ਵੀ ਸਰਵੇ ਕਰਵਾਇਆ ਕਿ ਲੋਕ ਕਹਿੰਦੇ ਜੀ
8 ਵਜੇ ਤੱਕ 8:30 ਤੱਕ ਕੰਮ ਹੋ ਗਿਆ। ਹੁਣ 9 ਵਜੇ ਤੋਂ ਬਾਅਦ ਦੁਕਾਨ ਖੋਲਣੀ ਹੈ, ਜਾਂ ਦਿਹਾੜੀ ਤੇ ਜਾਣਾ ਕਿਸੇ ਨੇ, ਜਾਂ ਕਿਸੇ ਨੇ ਆਪਣੇ ਬਿਜ਼ਨਸ ਤੇ ਜਾਣਾ ਹੈ, ਤੇ ਸਾਡਾ ਦਿਨ ਜਿਹੜਾ ਹੈ ਉਹ ਬਚ ਗਿਆ। ਨਹੀਂ ਤਾਂ ਜੇ ਅਸੀਂ ਜਾਣਾ ਹੋਵੇ ਸਰਕਾਰੀ ਦਫ਼ਤਰ ਤਾਂ ਜਾਂ ਤਾਂ ਛੁੱਟੀ ਲਓ, ਦਿਹਾੜੀ ਛੱਡੋ, ਕੰਮ ਛੱਡੋ, ਜਾਂ ਦਫ਼ਤਰ ਜਾਓ। ਇਹਦੇ ਸਰਕਾਰੀ ਮੁਲਾਜ਼ਮ ਕਹਿ ਰਹੇ, ਕਹਿੰਦੇ ਬ੍ਰੇਕ ਨਹੀਂ ਰੱਖੀ, ਬ੍ਰੇਕ ਨਹੀਂ ਰੱਖੀ, ਲੰਚ ਬ੍ਰੇਕ ਜਾਂ ਬ੍ਰੇਕਫਾਸਟ ਬ੍ਰੇਕ ਉਹ ਨਹੀਂ ਰੱਖੀ। ਦੂਸਰਾ, ਜਿਹੜੇ ਬੱਚਿਆਂ ਨੂੰ ਤਿਆਰ ਕਰਕੇ ਪਹਿਲਾਂ ਸਕੂਲ ਛੱਡ ਕੇ ਆਉਂਦੇ ਸੀਗੇ, ਕੁਝ ਸਰਕਾਰੀ ਮੁਲਾਜ਼ਮ ਕਹਿ ਰਹੇ ਸੀਗੇ ਕਿ ਉਹ ਦਿੱਕਤ ਆ ਰਹੀ ਹੈ। ਈਵਨ ਵਿਰੋਧੀ ਪਾਰਟੀਆਂ ਵੀ ਨੁਕਤਾਚੀਨੀ ਤੇ ਹੁੰਦੀ ਹੈ, ਉਹ ਸੁਣਨੀ ਵੀ ਪੈਂਦੀ ਹੈ ਜੀ। ਮੈਂ ਦੱਸਦਾ, ਪਹਿਲਾ ਟਾਈਮ ਸੀਗਾ 9 ਤੋਂ 5 ਕਿੰਨੇ ਘੰਟੇ? 8 ਘੰਟੇ ਸੀ। ਹੁਣ ਕਿੰਨਾ? 7:30 ਤੋਂ 6.5 ਘੰਟੇ। ਹੁਣ 6:30 ਘੰਟੇ। 1.5 ਘੰਟਾ ਵੀ ਤਾਂ ਘਟਾਤਾ ਉਹਨਾਂ ਦਾ ਨੌਕਰੀ ਦਾ, ਕਿ ਤੁਸੀਂ 1.5 ਘੰਟਾ ਪਹਿਲਾਂ ਘਰੇ ਚਲੇ ਜਾਓਗੇ। 2 ਵਜੇ ਉਹ ਚੱਲਣਗੇ, 2 ਵਜੇ ਸਕੂਲ ਤੋਂ ਬੱਚੇ ਚੱਲਣਗੇ, 2:30 ਵਜੇ ਬੱਚੇ ਇਕੱਠੇ ਹੋ ਜਾਣਗੇ ਪਰਿਵਾਰ ਨਾਲ। ਠੀਕ ਹੈ ਜੀ। ਨੰਬਰ 2 ਤੇ ਪਹਿਲਾਂ ਨਾ ਜਿਹੜੀ ਲੰਚ ਬ੍ਰੇਕ ਸੀ ਉਹ 1 ਤੋਂ 2 ਹੁੰਦੀ ਸੀ, ਪਰ 1 ਤੋਂ 2 ਨਹੀਂ ਹੁੰਦੀ ਸੀ। ਰੋਟੀ ਖਾਣ ਨੂੰ 2 ਘੰਟੇ ਲੱਗ ਜਾਂਦੇ ਸੀਗੇ, ਫਿਰ ਉਹਨੂੰ ਪਹੁੰਚਾਉਣ ਨੂੰ ਟਾਈਮ ਲੱਗਦਾ ਸੀ, ਵਾਸੀਆਂ ਵੂਸੀਆਂ ਆਉਂਦੀਆਂ ਸੀ, ਸੈਕਟਰੀਏਟ ਵੀ ਸੌਣਾ ਵੀ ਹੁੰਦਾ, ਵਾਸੀਆਂ ਵੀ ਆ ਜਾਂਦੀਆਂ। ਸੋ ਉਹ ਮੈਂ ਬੰਦ ਕਰਤਾ ਜੀ। ਉਸ ਵੇਲੇ 48 ਡਿਗਰੀ ਟੈਂਪਰੇਚਰ ਹੈ, ਉਸ ਵੇਲੇ ਤਾਂ ਇੱਕ ਪੰਛੀ ਵੀ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਨਹੀਂ ਜਾਂਦਾ। ਸੋ ਅਸੀਂ ਸਕੈਚ, ਅੱਛਾ ਬਿਜਲੀ ਬਚ ਰਹੀ ਹੈ ਸਾਡੀ 350 ਮੈਗਾਵਾਟ ਪਰ ਡੇ। ਸਰਕਾਰੀ ਦਫ਼ਤਰਾਂ 'ਚ ਬਿਜਲੀ ਦੀ ਖਪਤ ਘਟੂਗੀ। ਇਹਨੂੰ ਜੇ ਕਰੰਸੀ 'ਚ ਪੈਸਿਆਂ 'ਚ ਕਰ ਲਈਏ ਤਾਂ 16 ਤੋਂ 17 ਕਰੋੜ ਰੁਪਈਆ ਪਰ ਮੰਥ ਸਰਕਾਰੀ ਦਫ਼ਤਰਾਂ ਦਾ ਬਿਜਲੀ ਦਾ ਬਿੱਲ ਘਟ ਜਾਊਗਾ। 3 ਮਹੀਨੇ ਵਾਸਤੇ ਕੀਤਾ 50 ਕਰੋੜ ਰੁਪਏ ਬਚ ਗਿਆ। 50 ਕਰੋੜ ਨਾਲ ਕਿਸੇ ਬਿਜਲੀ ਦੇ ਬਿੱਲ ਮਾਫ ਕਰਾਂਗੇ, ਕਿਤੇ ਸੜਕਾਂ ਬਣਾਵਾਂਗੇ, ਕਿਸੇ ਗਰੀਬਾਂ ਨੂੰ, ਬੱਚਿਆਂ ਨੂੰ ਸਕੂਲਾਂ 'ਚ ਕਿਤਾਬਾਂ ਦੇਵਾਂਗੇ, ਵਰਦੀਆਂ ਦੇਵਾਂਗੇ। ਸੋ ਅਸੀਂ ਇੱਦਾਂ ਚਲਾ ਰਹੇ ਹਾਂ ਪੰਜਾਬ ਨੂੰ ਕਿ ਖਜ਼ਾਨਾ ਵੀ ਨਾ ਅਸੀਂ ਕਰਜ਼ਈ ਕਰੀਏ ਤੇ ਲੋਕਾਂ ਨੂੰ ਸਹੂਲਤਾਂ ਵੀ ਮਿਲਣ। ਦੂਸਰਾ ਮਾਨ ਸਾਹਿਬ, ਕਿਉਂਕਿ ਜਲੰਧਰ ਦਾ ਜ਼ਿਕਰ ਹੋ ਰਿਹਾ, 2 ਬੜੀ ਅਹਿਮ ਮਸਲੇ ਨੇ। ਇੱਕ ਤਾਂ ਤੁਹਾਨੂੰ ਯਾਦ ਹੋਏਗਾ ਸੀਐਮ ਬੰਦੇ ਤੁਸੀਂ ਪਿੰਮਸ ਹਸਪਤਾਲ ਨਾਲ ਮੀਟਿੰਗ ਕੀਤੀ ਸੀ, ਉਹ ਅਜੇ ਵੀ ਕੰਟਰੈਕਟ ਤੇ ਨੇ। ਏਡੀ ਵੱਡੀ ਬਿਲਡਿੰਗ ਹੈ, ਪੀਜੀਆਈ ਟਾਈਪ ਬਿਲਡਿੰਗ ਹੈ। ਸਰਕਾਰ ਨੇ ਕਿਹਾ ਸੀ ਟੇਕ ਓਵਰ ਕਰਾਂਗੇ, ਟੇਕ ਓਵਰ ਹੋਏਗੀ, ਸਰਕਾਰ ਦੇਖੇਗੀ, ਕਿਉਂਕਿ ਇੰਨਾ ਜ਼ਿਆਦਾ ਸਟਾਫ ਔਰ ਉੱਥੇ ਉਸ ਤਰੀਕੇ ਨਾਲ ਨਹੀਂ ਮਾਹੌਲ। ਦੂਸਰਾ ਇਹ ਹੈ ਕਿਉਂਕਿ ਜਲੰਧਰ ਨੂੰ ਸਮਾਰਟ ਸਿਟੀ ਕਿਹਾ ਗਿਆ, ਲੇਕਿਨ ਥਾਂ ਤੇ ਤੁਸੀਂ ਦੇਖਿਆ ਕੂੜਾ ਨਹੀਂ ਚੁੱਕਿਆ ਜਾ ਰਿਹਾ। ਕਹਿੰਦੇ ਸਾਲ ਹੋ ਗਿਆ ਸਰਕਾਰ ਨੂੰ, ਸਰਕਾਰ ਵੱਲੋਂ ਵੀ ਕੂੜਾ ਨਹੀਂ ਚੱਕਿਆ ਗਿਆ, ਨਾ ਸੀਸੀਟੀਵੀ ਕੈਮਰੇ ਲੱਗੇ। ਮੈਟਰੋ ਦਾ ਜ਼ਿਕਰ ਕਰਤਾ ਸੀ ਕਿ ਮੈਟਰੋ ਚਲਾਵਾਂਗੇ, ਕਿੱਥੇ ਉਹ ਹਵਾਈ ਗੱਲਾਂ ਨੇ। ਮਤਲਬ ਸਵਾਲ ਇਹ ਹੈ ਸੀਐਮ ਸਾਹਿਬ ਕਿ ਹਜੇ ਵੀ ਸੀਵਰੇਜ, ਨਾਲੀਆਂ, ਪਾਣੀ, ਇਹਦੇ ਵਾਸਤੇ ਲੜਾਈ ਲੜਨੀ ਪੈ ਰਹੀ ਹੈ। ਦੇਖੋ 2 ਸਵਾਲ ਨੇ। ਪਹਿਲਾ ਪਿੰਮਸ ਵਾਲਾ, ਉਹਨਾਂ ਨੂੰ ਅਸੀਂ ਮੌਕਾ ਦਿੱਤਾ ਉਸ ਮੈਨੇਜਮੈਂਟ ਨੂੰ ਕਿ ਤੁਸੀਂ ਇਹਨੂੰ ਚਲਾ ਲਓ, ਤਾਂ ਤੁਸੀਂ ਇੰਨੀ ਤਰੀਕ ਤੱਕ ਚਲਾ ਲਓ, ਟਾਈਮ ਬੌਂਡ ਵੀ ਕਰਤਾ। ਉਹਨਾਂ ਨੇ ਹੋਰ ਟਾਈਮ ਮੰਗ ਲਿਆ, ਉਹਨਾਂ ਤੋਂ ਨਹੀਂ ਚੱਲਿਆ। ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ, ਬਹੁਤ ਸ਼ਾਨਦਾਰ, ਔਰ ਜਲੰਧਰ ਦੇ ਜਮਾ ਦਿਲ 'ਚ ਹੈ, ਬਿਲਕੁਲ ਵਿਚਾਲੇ। ਸੋ ਸਰਕਾਰ ਨੇ ਫੈਸਲਾ ਕੀਤਾ, ਉਹਨਾਂ ਨੂੰ ਅਸੀਂ ਨੋਟਿਸ ਭੇਜਤਾ ਕਿ ਤੁਸੀਂ ਛੱਡੋ, ਪੰਜਾਬ ਸਰਕਾਰ ਉਹਨੂੰ ਆਪ ਹੀ ਚਲਾਊਗੀ। ਪਿੰਮਸ ਨੂੰ ਅਸੀਂ ਟੇਕ ਓਵਰ ਕਰਾਂਗੇ, ਪੀਜੀਆਈ ਤੋਂ ਵੀ ਵਧੀਆ ਅਪਗ੍ਰੇਡਡ ਹਸਪੀਟਲ ਜਲੰਧਰ ਨੂੰ। ਡੈਡਲਾਈਨ ਟਾਈਮ ਹੈ ਕਿ ਇੰਨੀ ਦੇਰ 'ਚ ਨੋਟਿਸ ਚੱਲਾ ਗਿਆ, ਬਸ ਆਉਣ ਵਾਲੇ ਦਿਨਾਂ 'ਚ ਅਸੀਂ ਬਸ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਕਰ ਲਾਂਗੇ। ਡਾਕਟਰਸ ਨਾਲ ਵੀ ਗੱਲ ਹੋਗੀ, ਸਾਰਾ ਸਟਾਫ ਵੀ ਉਹੀ ਰੱਖਾਂਗੇ, ਸਟਾਫ ਨਹੀਂ ਕੱਢਣਾ। ਸਟਾਫ ਹੈਗਾ, ਸਾਰਾ ਕੁਝ ਹੈਗਾ ਉਹਨਾਂ ਕੋਲੇ, ਸਿਰਫ ਉਹ ਨਹੀਂ ਚਲਾ ਸਕਦੇ। ਉਹ ਕਹਿੰਦੇ ਜੀ ਸਾਡੇ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਪਤਾ ਕੀ ਹੈ? ਕਹਿੰਦੇ ਜੀ ਸਾਡੀ ਫੀਸ ਜਿਹੜੀ ਹੈ ਮਰੀਜ਼ ਨੂੰ ਠੀਕ ਕਰਨ ਦੀ ਪੀਜੀਆਈ ਦੇ ਬਰਾਬਰ ਹੈ, ਬਹੁਤ ਘੱਟ ਹੈ ਜੀ। ਕਹਿੰਦੇ ਸਾਨੂੰ ਫੀਸ ਵਧਾ ਲੈਣ ਦਿਓ। ਅਸੀਂ ਕਿਹਾ ਜੀ ਅਸੀਂ ਤਾਂ ਮੁਫਤ ਇਲਾਜ ਕਰਨ ਦੀਆਂ ਗੱਲਾਂ ਕਰਦੇ ਹਾਂ, ਤੁਸੀਂ ਫੀਸ ਵਧਾਉਣ ਦੀ ਗੱਲ ਕਰਦੇ ਹੋ। ਤੁਸੀਂ ਫੀਸ ਨਾ ਵਧਾਓ, ਅਸੀਂ ਆਪ ਹੀ ਕਰ ਲਾਂਗੇ ਟੇਕ ਓਵਰ, ਸਾਡੇ ਕੋਲੇ ਬਜਟ ਹੈਗਾ। ਜਿਹੜਾ ਕੂੜਾ ਜਲੰਧਰ ਦੇ ਵਿੱਚ ਉਹ ਜਿਹੜਾ ਸਮਾਰਟ ਸਿਟੀ ਜਿਹੜਾ ਤੁਸੀਂ ਬਹੁਤ ਵਧੀਆ ਆਪਦੇ ਸਵਾਲ 'ਚ ਹੀ ਕਹਿਤਾ ਜਵਾਬ ਕਿ ਸੈਂਟਰ ਨੇ ਸਮਾਰਟ ਸਿਟੀ ਜਲੰਧਰ ਨੂੰ ਕਿਹਾ, ਬਣਾਇਆ ਨਹੀਂ। ਕੱਲਾ ਕਹਿਣਾ ਬਣ ਜੂਗਾ, ਕੋਈ ਇਹਨਾਂ ਨੇ ਫੰਡ ਜਾਰੀ ਨਹੀਂ ਕੀਤਾ। ਤੇ ਆਪ ਫਿਰਦੇ ਇੱਥੇ ਸਮਾਰਟ ਸਿਟੀ ਵਾਲੇ ਸਾਰੇ, ਉਹ ਆਪਣਾ ਪਾਣੀ ਵਾਲੇ ਰਾਜ ਠਾਕੁਰ ਫਿਰਦੇ, ਸਾਰੇ ਫਿਰਦੇ ਨੇ ਇੱਥੇ, ਹਰਦੀਪ ਪੁਰੀ ਹੋਰੀ ਸਮਾਰਟ ਸਿਟੀ ਵਾਲੇ ਨੇ। ਉਹ ਕਿਹੜਾ ਸਿਟੀ ਸਮਾਰਟ ਬਣਾਤਾ ਮੈਨੂੰ ਇਹ ਦੱਸ ਦੋ। ਸਾਰੇ ਦੇਸ਼ 'ਚ ਪੈਸਾ ਤਾਂ ਜਾਰੀ ਕਰਦੇ ਨਹੀਂ ਜੀ, ਕਹਿੰਦੇ ਤੁਸੀਂ ਕਰੋ, ਔਰ ਸਾਡੇ ਪੈਸੇ ਨੂੰ RDF ਦਾ, ਕਦੇ GST ਦਾ ਸਾਡਾ ਪੈਸਾ ਰੋਕ ਲੈਂਦੇ ਆ। ਹੁਣ ਅਸੀਂ MCD ਦੇ ਵਿੱਚ ਦਿੱਲੀ ਆਏ ਹਾਂ, ਦਿੱਲੀ MCD ਦੇ ਵਿੱਚ ਆਮ ਆਦਮੀ ਪਾਰਟੀ ਉਹਨੇ ਟੇਕ ਓਵਰ ਕੀਤਾ। ਹਾਲਾਂਕਿ ਕਰਾਉਣਾ ਸੁਪਰੀਮ ਕੋਰਟ ਦੇ ਥਰੂ ਪਿਆ, ਕਿਉਂਕਿ BJP ਵਾਲੇ ਜਾਂ ਤਾਂ ਖਬਰਾਂ ਨਹੀਂ ਸੁਣਦੇ, ਜਾਂ ਫਿਰ ਇਹਨਾਂ ਦਿਮਾਗ 'ਚ ਇਹ ਹੈ ਹੀ ਨਹੀਂ, ਇਹ ਮੰਨਦੇ ਹੀ ਨਹੀਂ ਵੀ ਅਸੀਂ ਹਾਰ ਗਏ। ਚਾਹੇ ਇਹਨੂੰ ਕਿੰਨਾ ਕਹਿ ਦੋ ਵੀ ਹਾਰ ਗਏ ਤੁਸੀਂ ਕੁਰਸੀਆਂ ਤੋਂ, ਮਤਲਬ ਇਹ ਬਾਹਾਂ ਫੜ ਕੇ ਲੈ ਕੇ ਜਾਣਾ, ਘੜੀਸ ਕੇ ਲਾਉਣੇ ਪੈਂਦੇ ਵੀ ਥੱਲੇ ਚਲੋ ਤੁਸੀਂ ਲਾਤ। ਅਸੀਂ MCD ਦੇ ਵਿੱਚ ਆ ਕੇ
ਦਿੱਲੀ ਦੇ ਵਿੱਚ ਕੂੜੇ ਦੇ ਪਹਾੜ ਨੇ, 3 ਪਹਾੜ ਵੱਡੇ ਨੇ। ਇੱਕ ਤਾਂ ਆਪਣੇ ਜਦੋਂ ਬਾਈਪਾਸ ਇੱਧਰ ਨੂੰ ਆਉਂਦੇ ਅਸੀਂ ਉਹਦੇ ਨਾਲ ਮੱਥਾ ਲਾ ਲਿਆ, ਅੱਧਾ ਪਹਾੜ ਤਾਂ ਜਿਹੜਾ ਆਜ਼ਾਦਪੁਰ ਵਾਲਾ ਉਹ ਚੱਕਤਾ। ਅਗਲੇ ਸਾਲ ਮੈਂ ਕਹਿੰਦਾ ਜਨਵਰੀ ਫਰਵਰੀ ਤੱਕ, ਚੜ੍ਹਦੇ ਸਾਲ ਤੱਕ ਦਿੱਲੀ ਦੇ ਵਿੱਚ ਕੂੜੇ ਦਾ ਪਹਾੜ ਨਹੀਂ ਰਹੂਗਾ। ਇੱਥੇ ਕੂੜੇ ਦੇ ਢੇਰ ਨੇ। ਜਲੰਧਰ ਸਾਫ਼ ਹੋਏਗਾ, ਜਲੰਧਰ ਸਮਾਰਟ ਛੱਡੋ, ਪਹਿਲਾਂ ਸਾਫ਼ ਹੋ ਜਾਏਗਾ। ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਾਹਿਬ, ਫਗਵਾੜਾ, ਬਠਿੰਡਾ, ਪਟਿਆਲਾ, ਸਾਡੇ ਸਾਰੇ ਸ਼ਹਿਰ ਜਿਹੜੇ ਨੇ ਉਹ ਚਮਕਾਵਾਂਗੇ। ਅਰਬਨ ਡਿਵੈਲਪਮੈਂਟ ਮੇਰੇ ਕੋਲ ਹੀ ਹੈ ਮਹਿਕਮਾ, ਠੀਕ ਹੈ, ਫੰਡ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਵਿਜੇ ਬਰਾੜ ਜੀ ਨੇ ਕਹੀ ਹੈ, ਦੁੱਖ ਦੀ ਗੱਲ ਇਹ ਹੈ ਕਿ 60 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦਿਆਂ ਨੂੰ, ਹਜੇ ਤੱਕ ਅਸੀਂ ਸੀਵਰੇਜ 'ਤੇ ਖੜੇ ਹਾਂ, ਹਜੇ ਤੱਕ ਛੱਪੜਾਂ 'ਤੇ ਖੜੇ ਹਾਂ, ਹਜੇ ਤੱਕ ਗਲੀਆਂ ਨਾਲੀਆਂ 'ਤੇ ਖੜੇ ਹਾਂ। ਲੇਕਿਨ ਕੋਈ ਡੈਡਲਾਈਨ ਹੈ ਕਿ 6 ਮਹੀਨੇ 'ਚ ਜਲੰਧਰ ਸਾਫ਼ ਹੋ ਜਾਏਗਾ? 6 ਮਹੀਨੇ 'ਚ ਇਹ ਚੀਜ਼ਾਂ? ਨਹੀਂ 6 ਮਹੀਨੇ ਤਾਂ ਜ਼ਿਆਦਾ ਹੈ ਜੀ। ਜੇ ਕੰਮ ਕਰਾਉਣਾ ਹੋਵੇ ਨਾ ਤਾਂ ਜਲਦੀ ਹੋਊਗਾ ਜੀ। ਮਤਲਬ ਤੁਸੀਂ ਕੀ ਕਰਨਾ, ਤੁਸੀਂ ਆਪਣੇ ਕਾਰਪੋਰੇਸ਼ਨ ਨੂੰ ਕਹਿਣਾ, ਸਫਾਈ ਕਰਮਚਾਰੀਆਂ ਨੂੰ ਕਹਿਣਾ, ਪਹਿਲਾਂ ਤਾਂ ਉਹਨਾਂ ਦੀ ਤਨਖਾਹਾਂ ਟਾਈਮ ਤੇ ਨਹੀਂ ਦਿੰਦੇ ਸੀ ਸਫਾਈ ਕਰਮਚਾਰੀਆਂ ਦੀ, ਠੀਕ ਹੈ ਨਾ। ਉਹਨੂੰ ਸਮਝਦੀ ਕੁਛ ਨਹੀਂ ਵੀ ਪਤਾ ਨਹੀਂ ਇਹ ਤਾਂ ਹੈ ਹੀ ਨਹੀਂ ਇਨਸਾਨਾਂ 'ਚ। ਸੋ ਸਫਾਈ ਕਰਮਚਾਰੀਆਂ ਵਾਸਤੇ ਬਜਟ ਜਾਰੀ ਕਰਕੇ ਤੁਸੀਂ ਲੋਕਾਂ ਦਾ ਵੀ ਸਹਿਯੋਗ ਚ ਚਾਹੀਦਾ ਹੋਊਗਾ। ਦੇਖੋ ਕੈਨੇਡਾ, ਅਮਰੀਕਾ ਤੁਸੀਂ ਜਾਂਦੇ ਰਹਿੰਦੇ ਹੋ, ਆਸਟ੍ਰੇਲੀਆ ਜਾਂਦੇ ਰਹਿੰਦੇ, ਦੇਖਦੇ ਹੋ ਉੱਥੇ ਜਿਹੜੇ ਟਰੈਸ਼ ਨੇ ਉਹਨਾਂ ਦੇ 2 ਰੰਗ ਨੇ, ਇੱਕ ਗ੍ਰੀਨ ਹੈ, ਇੱਕ ਬਰਾਊਨ ਹੈ। ਗ੍ਰੀਨ ਤਾਂ ਹੋ ਗਿਆ ਜੀ ਰੀਸਾਈਕਲ ਵਾਲਾ, ਜਿਹੜਾ ਰੀਸਾਈਕਲ ਉਹ ਜੋ ਗ੍ਰੀਨ ਉਹ ਪਾ ਦਿੰਦੇ ਨੇ ਉਹਦੇ ਚ ਹਫ਼ਤੇ 'ਚ 2 ਦਿਨ ਹੁੰਦਾ ਉਹ। ਤੁਸੀਂ ਆਪਣਾ ਜਿਹੜੇ ਦਿਨ ਬੁੱਧਵਾਰ ਨੂੰ ਤੁਹਾਡੇ ਕੋਲ ਆਉਣਾ ਤੁਸੀਂ ਉਹ ਕੱਢ ਕੇ ਦੋਨੇ ਬਾਹਰ ਰੱਖ ਦਿੰਦੇ ਹੋ ਤੇ ਉਹ ਟਰੱਕ ਆਉਂਦਾ ਤੇ ਚੱਕ ਕੇ ਲੈ ਜਾਂਦਾ, ਠੀਕ ਹੈ ਨਾ। ਇਹ ਇੱਥੇ ਕਿਉਂ ਨਹੀਂ ਸ਼ੁਰੂ ਹੋ ਸਕਦਾ ਜੀ ਕੰਮ ਕਿ ਲੋਕ ਕਿਸੇ ਇੱਕ ਜਗ੍ਹਾ ਤੇ ਆਪਣੇ ਟਰੈਸ਼ ਰੱਖ ਦੇਣ ਤੇ ਟਰੱਕ ਆਵੇ ਤੇ ਉਹ ਚੱਕ ਕੇ ਲੈ ਜੇ ਸਾਰੇ। ਚਲੋ ਸਾਡੇ ਕੋਲ ਉਨੇ ਮਾਡਰਨ ਟਰੱਕ ਨਹੀਂ ਹੈਗੇ, ਅਸੀਂ 2 ਟਰੱਕ 4 ਟਰੱਕ ਭੇਜ ਦਾਂਗੇ, ਪਰ ਸਹਿਯੋਗ ਲੋਕਾਂ ਦਾ ਵੀ ਚਾਹੀਦਾ। ਲੋਕ ਆਪਦੇ ਘਰੋਂ ਕੂੜਾ ਗੁਆਂਢੀਆਂ ਦੇ ਘਰੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ, ਤੁਸੀਂ ਤਾਂ ਸਫਾਈ ਕਰਤੀ ਹੈ, ਇੰਦਰ ਤਾਂ ਗੰਦ ਪੈ ਗਿਆ ਨਾ। ਸੋ ਇਸ ਕਰਕੇ ਅੱਜ ਕੱਲ ਸਭ ਤੋਂ ਵਧੀਆ ਗੱਲ ਜਿਹੜੀ ਇਹ ਹੋਈ, ਅਸੀਂ ਉਸ ਕੰਪਨੀ ਨਾਲ ਵੀ 2-3 ਕੰਪਨੀਆਂ ਨਾਲ ਅਸੀਂ ਡਿਸਕਸ ਕੀਤਾ, ਪ੍ਰੈਜੈਂਟੇਸ਼ਨ ਦੇ ਕੇ ਗਏ ਨੇ। ਅੱਜ ਕੱਲ ਤਾਂ ਸੌਲਟ ਬੇਸ ਤੋਂ ਬਾਇਓਗੈਸ ਬਣਦੀ ਹੈ, ਅੱਜ ਕੱਲ ਤਾਂ ਕੂੜੇ ਤੋਂ ਬਿਜਲੀ ਬਣਨ ਲੱਗ ਗਈ, ਹੁਣ ਤਾਂ ਟੈਕਨੋਲੋਜੀ ਇੰਨੀ ਆ ਗਈ। ਸੋ ਕੂੜਾ ਤਾਂ ਵਿਕਿਆ ਕਰੂਗਾ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਕਿ ਉਹਨੂੰ, ਕਿਉਂਕਿ ਉਹਨਾਂ ਨੂੰ ਕੱਚਾ ਮਾਲ ਚਾਹੀਦਾ। ਪਰਾਲੀ ਹੈ, ਪਰਾਲੀ ਤੋਂ ਬਾਇਓਗੈਸ ਬਣਾਉਣ ਦਾ ਪਲਾਂਟ ਬਰਫੀਓ ਨੇ, ਜਰਮਨੀ ਦੀ ਕੰਪਨੀ ਲਹਿਰੇ ਅੱਗੇ ਲਾਇਆ ਹੋਇਆ 18 ਅਕਤੂਬਰ ਨੂੰ ਮੈਂ ਉਦਘਾਟਨ ਕਰਕੇ ਆਇਆ ਸੀਗਾ। ਸੋ ਉਹ 50,000 ਏਕੜ ਦੇ ਵਿੱਚ ਪਰਾਲੀ ਫੂਕਣ ਨਹੀਂ ਦਿੰਦੇ, ਦਿਨ ਰਾਤ ਚੱਲਦੀ ਹੈ। ਬਾਇਓਗੈਸ ਉਹਨਾਂ ਦੇ CNG ਬਣਾਉਂਦੇ ਨੇ ਤੇ ਇੰਡੀਅਨ ਆਇਲ ਨਾਲ ਉਹਨਾਂ ਦਾ ਐਗਰੀਮੈਂਟ ਹੈ। ਸੋ ਅੱਜ ਕੱਲ ਇਹ ਲੇਟੈਸਟ ਟੈਕਨੀਕਸ ਵਰਤ ਕੇ ਅਸੀਂ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਔਰ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਥੋੜਾ ਸਾਥ ਦੇ ਦਿਓ ਤਾਂ ਆਪਾਂ ਸਭ ਕੁਝ ਠੀਕ ਕਰ ਲਾਂਗੇ। ਤੁਸੀਂ GST ਵਾਲਾ ਜ਼ਿਕਰ ਕੀਤਾ, ਮੈਂ ਸਮਾਰਟ ਸਿਟੀ ਵਾਲਾ ਜ਼ਿਕਰ ਕੀਤਾ ਵੀ ਆਪ ਪੈਸੇ ਨਹੀਂ ਲਾਉਂਦੇ, ਸਾਨੂੰ ਪੈਸੇ ਦਿੰਦੇ ਨਹੀਂ, ਤੁਹਾਡਾ RDF ਰੋਕ ਲਿਆ, ਪਰ ਤੁਹਾਡੇ ਤੇ ਇਲਜ਼ਾਮ ਇਹ ਲੱਗਦੇ ਨੇ ਕਿ ਤੁਹਾਡੀ ਤਾਂ ਬਣਦੀ ਬਹੁਤ ਹੈ ਸੈਂਟਰ ਦੇ ਨਾਲ ਅੰਦਰ ਖਾਤੇ, ਤੁਸੀਂ ਕਿਉਂ ਖਿਚੜੀ ਹੋ। ਪ੍ਰਤਾਪ ਸਿੰਘ ਬਾਜਵਾ ਰੋਜ਼ ਕਹਿੰਦੇ ਆ ਵੀ ਇਹ ਰਲੇ ਹੋਏ ਆ ਤੇ ਜਾਣ ਕੇ ਉੱਤੋਂ ਦਿਖਾਉਣ ਨੂੰ ਭੰਡਦੇ ਆ। ਪ੍ਰਤਾਪ ਬਾਜਵਾ ਤਾਂ ਇੱਥੋਂ ਤੱਕ ਕਹਿ ਦਿੰਦੇ, ਕਹਿੰਦੇ ਕਿ ਜਹਾਜ਼ ਤਿਆਰ ਆ, ਲੋਕ ਸਭਾ ਦੇ ਨੇੜੇ ਆਏਗਾ, ਮਹਾਰਾਸ਼ਟਰ ਵਾਲੀ ਤਸਵੀਰ ਹੋਏਗੀ। ਨਾ ਅਸੀਂ ਅੰਦਰ ਆ ਨਾ ਸਾਡੇ ਖਾਤੇ ਨੇ, ਠੀਕ ਹੈ ਜੀ। ਜੇ ਅੰਦਰ ਖਾਤੇ ਅਸੀਂ ਉਹਨਾਂ ਨਾਲ ਕੋਈ ਸਮਝੌਤੇ ਕਰਨੇ, ਸਾਨੂੰ ਦਿੱਲੀ ਕਿਉਂ ਤੰਗ ਕਰੀ ਜਾਂਦੇ ਨੇ। ਫਿਰ ਉਹ ਹਰ ਰੋਜ਼ ਦਿੱਲੀ ਦੇ ਚੈਲੰਜ ਜਿਹੜਾ ਕੋਈ ਨਾ ਕੋਈ, ਕਦੇ ਮਨੀਸ਼ ਸੋਦੀਆ ਅੰਦਰ ਕਰਤਾ ਉਹਨਾਂ ਨੇ, ਕਦੇ ਸਤਿੰਦਰ ਜੈਨ ਕਰਤਾ, ਕਦੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੁਲਾ ਲਿਆ 9.5 ਘੰਟਿਆਂ ਦੀ CBI ਵਾਸਤੇ। ਕਾਹਦਾ ਅੰਦਰ ਖਾਤਾ ਕੀ ਹੁੰਦਾ ਹੈ? ਇਹ ਜਿਹੜੇ ਬੰਦੇ ਨੇ ਕਿਹਾ ਉਹ ਬਿਲਕੁਲ ਸਹੀ ਹੈ। ਜਿਹੜੇ ਬੰਦੇ ਨੇ ਕਿਹਾ ਨਾ, ਤੁਸੀਂ ਪ੍ਰਤਾਪ ਬਾਜਵਾ ਦਾ ਨਾਮ ਲਿਆ ਨਾ ਜੀ, ਉਹ ਅੰਦਰ ਖਾਤਿਆਂ ਦਾ ਮਾਹਰ ਹੈ, ਉਹ ਅੰਦਰ ਖਾਤਿਆਂ ਦਾ ਮਾਹਰ ਹੈ। ਪੰਜਾਬ 'ਚ ਇੱਕੋ ਹੀ ਘਰ ਹੈ ਕਾਦੀਆਂ 'ਚ, ਜਿਹੜੇ ਘਰ ਤੇ ਗਰਾਊਂਡ ਫਲੋਰ ਤੇ ਝੰਡਾ ਕਾਂਗਰਸ ਦਾ ਹੈ, ਫਸਟ ਫਲੋਰ ਤੇ ਝੰਡਾ BJP ਦਾ ਹੈ। 12 ਪੌੜੀਆਂ ਨੇ ਰਾਹ 'ਚ, ਜੇ ਕਿਤੇ ਬਾਜਵਾ ਸਾਹਿਬ ਗਲਤੀ ਨਾਲ 12 ਪੌੜੀਆਂ ਚੜ੍ਹ ਗਏ BJP ਸ਼ਾਮਲ ਹੋ ਜਾਣਗੇ। ਉਹ ਇਹ ਲੋਕਾਂ ਨੂੰ ਐਵੇਂ ਉਹ ਕਰੀ ਜਾਣਾ, ਆਪ ਅੰਦਰ ਖਾਤੇ ਸਾਰਾ ਕੁਝ ਕਰੀ ਜਾਣਾ। ਮੇਰੇ ਕੋਲੇ ਵੀ ਆਏ ਸੀ ਅੰਦਰ ਖਾਤੇ ਪਹਿਲਾਂ ਵੋਟਾਂ ਤੋਂ, ਬੜਾ ਕੁਝ ਕਹਿੰਦੇ ਸੀ, ਚਲੋ ਛੱਡੋ ਰਹਿਣ ਦਿਓ। ਫਿਰ ਨਹੀਂ ਦੱਸ ਦਿਓ ਅੱਜ ਲੋਕ ਜਾਣਨਾ ਉਹ ਵੀ ਇਹੀ ਕਹਿੰਦੇ ਸੀ ਕਿ ਮੈਨੂੰ ਤੁਸੀਂ ਕਰੋ ਮੁੱਖ ਮੰਤਰੀ ਡਿਕਲੇਅਰ, ਮੈਨੂੰ ਮੁੱਖ ਮੰਤਰੀ ਡਿਕਲੇਅਰ ਕਰੋ ਮੈਨੂੰ। ਆਪ ਜਾਣਾ ਚਾਹੁੰਦੇ ਸੀ? ਹਾਂਜੀ। ਫਿਰ ਤੁਸੀਂ ਕੀ ਕਿਹਾ? ਅਸੀਂ ਕਿਹਾ ਜੀ ਫਿਰ ਅਸੀਂ ਗੰਗਾਨਗਰ ਤੋਂ ਲੜੀਏ। ਹੱਦ ਹੈ, ਮਾਹੌਲ ਬਣਾਓ। ਪਹਿਲਾਂ ਤਾਂ ਕਹਿੰਦੇ ਮਾਹੌਲ ਬਣਾਓ, ਤੁਸੀਂ ਆਉਣ ਨਹੀਂ ਦਿੱਤਾ। ਆਉਣ ਨਹੀਂ ਦਿੱਤਾ ਨਹੀਂ ਜੀ, ਆਹ ਕੋਈ ਕ੍ਰਾਈਟੇਰੀਆ। ਅਸੀਂ ਪੰਜਾਬ ਵਾਸਤੇ ਕਿਹਾ ਵੀ ਪੰਜਾਬ ਵਾਸਤੇ ਆਓ, ਆਉਣਾ ਪੰਜਾਬ ਵਾਸਤੇ, ਲਿਆਉਣੀ ਨਾਲ ਕੁਰਸੀ ਚੱਕ ਕੇ ਆਪਦੀ। ਇਹ ਸਾਰੇ ਆਏ ਨੇ, ਤੁਸੀਂ ਦੇਖ ਲਓ, ਇਹ ਨਵਜੋਤ ਸਿੱਧੂ, ਇਹ ਰਾਜਾ ਵੜਿੰਗ, ਇਹ ਚੰਨੀ, ਆਹ ਵੀ ਇੱਕ ਖਬਰ ਹੈ,
अजकल एक खबर है कि कांग्रेस इकट्ठी देखी गई, ਖਬਰ ਹੈ ਇਹ। ਲੇਕਿਨ ਚੰਨੀ ਸਾਹਿਬ ਤੁਸੀਂ ਰਵਾਤੇ, ਉਹ ਕਹਿੰਦੇ ਕਿ ਮੇਰੇ ਨਾਲ ਧੱਕਾ ਹੋ ਰਿਹਾ, ਦਲਿਤ ਨਾਲ ਅਜਿਹਾ ਕੀਤਾ ਜਾ ਰਿਹਾ ਵੈ, ਉਹਨਾਂ ਦੀ ਅੱਖਾਂ 'ਚ ਹੰਝੂ ਸੀ, ਕਹਿੰਦੇ ਸਿਆਸੀ ਬਦਲਾਖੋਰੀ ਜਿਹੜੀ ਹੈ ਉਹ ਕੀਤੀ ਮੇਰੀ ਜਾ ਕਿਸੇ ਰਹੀ ਨਾਲ ਹੈ। ਕੋਈ ਸਿਆਸੀ ਬਦਲਾਖੋਰੀ ਨਹੀਂ ਜੀ। ਕਹਿੰਦੇ ਮੈਂ ਕਿਹਾ ਸੀ ਕਰ ਲਓ, ਕਹਿੰਦੇ ਪ੍ਰਾਪਰਟੀ ਚੇਂਜ ਕਰ ਲਓ, ਪ੍ਰਾਪਰਟੀ ਚੇਂਜ ਕਰ ਲਓ, ਹੁਣ ਵੀ ਕਰ ਲਓ, ਪਰ ਭਤੀਜਿਆਂ ਤੇ ਭਾਣਜਿਆਂ ਦੀ ਵੀ ਨਾਲ ਹੋਊਗੀ। ਹਾਂ ਤੁਸੀਂ ਕਰੋਗੇ? ਹਾਂ ਮੈਂ ਕਰ ਲੈਣਾ। ਆ ਜਾਓ, ਚਲੋ ਤੁਸੀਂ ਬਿਠਾਓ ਉਹਨਾਂ ਨੂੰ ਨਾਲ ਮੇਰੇ। ਹਾਂ ਸੁਣੀ ਰਹੇ ਸੁਣ ਹੋਣਗੇ, ਰਹੇ ਹੋਣੇ ਚੰਨੀ ਸਾਹਿਬ। ਸੁਣੀ ਰਹੇ ਹੋਣਗੇ, ਫਿਰ ਪੁੱਛ ਲਾਂਗੇ ਜਦੋਂ ਹਾਂ ਮਿਲਣਗੇ। ਹਾਂ ਬਿਠਾ ਲਓ ਪ੍ਰਾਪਰਟੀ। ਹਾਂ ਇੱਕ ਹੁਣ ਤਾਂ ਉਹਦਾ 3 ਮਹੀਨੇ ਮੁੱਖ ਮੰਤਰੀ ਹੈ। ਤੁਹਾਡੇ ਮੈਂ ਕੋਲ ਸਵਾ ਸਾਲ ਰਹਿ ਲਿਆ, ਹੂੰ। ਮੈਂ ਸਵਾ ਸਾਲ ਰਹਿ ਲਿਆ। ਉਹਨਾਂ ਦੀ 3 ਮਹੀਨੇ ਦੀ ਐਵਰੇਜ ਉਹਨਾਂ ਨੂੰ ਪਤਾ ਹੋਣਾ ਕਿੰਨੀ ਦਿੱਤੀ ਉਹਨਾਂ ਨੇ, ਮੇਰੀ ਐਵਰੇਜ ਕੱਢ ਲੈਣ ਨਾਲ ਤੇ ਬਟਾ ਲੈਣ ਮੇਰੇ ਨਾਲ ਨਾਲ ਪੁੱਤ ਭਤੀਜੇ। ਪਤਾ ਕੀ ਹੈ ਗੱਲ, ਪਤਾ ਕੀ ਹੈ ਗੱਲ ਇਹ ਨਹੀਂ ਜੀ, ਤੁਹਾਨੂੰ ਮੌਕਾ ਮਿਲ ਗਿਆ ਤੇ ਤੁਹਾਡੇ ਘਰਾਂ ਚੋਂ 8-8 ਕਰੋੜ ਰੁਪਈਆ ਮਿਲ ਰਿਹਾ ਹੈ, ਠੀਕ ਹੈ ਜੀ, ਤੁਹਾਡੇ ਰਿਸ਼ਤੇਦਾਰਾਂ ਦੇ ਘਰਾਂ ਚੋਂ। ਤੁਸੀਂ ਵਿਆਹਾਂ ਤੇ ਜਿਹੜਾ ਕੇਟਰਿੰਗ ਕੀਤੀ ਹੈ ਉਹਨੂੰ ਇਹ ਕਹਿਤਾ ਤੇਰਾ ਹਿਸਾਬ ਕਿਤੇ ਹੋਰ ਪੂਰਾ ਕਰਾਂਗੇ, ਉੱਥੇ ਤੁਸੀਂ 2500 ਰੁਪਏ ਦਾ ਚਾਹ ਦਾ ਕੱਪ ਦੇਤਾ, ਠੀਕ ਹੈ ਜੀ, ਆ 2500 ਰੁਪਏ ਚਾਹ ਦਾ ਕੱਪ ਟੈਂਡਰ ਉਹਨੂੰ ਦਿੱਤਾ ਜਿਹੜਾ ਸਭ ਤੋਂ ਮਹਿੰਗਾ ਸੀ। ਲੋਕ ਕਹਿੰਦੇ ਸਾਦਗੀ ਨਾਲ ਵਿਆਹ ਕੀਤਾ ਸੀ। ਨਹੀਂ ਵਿਆਹ ਸਾਦਗੀ ਨਾਲ ਕਰ ਲਿਆ ਹੋਊਗਾ ਨਾ, ਹਾਂ ਪਰ ਉਹਦੇ ਪੈਸੇ ਉੱਥੋਂ ਹੋਰ ਦਿੱਤੇ ਦੂਜੇ ਪਾਸੇ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦਿਆਂ ਦੇ ਫੰਕਸ਼ਨ ਚੋਂ, ਠੀਕ ਹੈ। ਫਿਰ ਮੇਰੀ ਬਦਲਾਖੋਰੀ ਹੈ। ਮੈਂ ਕਿਹਾ ਸੀ ਉਹਨਾਂ ਨੂੰ ਭਦੌੜ ਤੋਂ ਲੜ ਲਓ, ਮੇਰੇ ਵਾਲੇ ਇਲਾਕੇ 'ਚ ਆ ਕੇ ਤੁਸੀਂ ਲੜ ਲਏ ਤੇ ਹਰਾਇਆ ਕਿਹਨੇ ਹੈ? ਮੈਂ ਉਹਨਾਂ ਸਾਹਮਣੇ ਕੋਈ ਬਹੁਤ ਵੱਡਾ ਬੰਦਾ ਖੜਾ ਕਰਤਾ। ਲਾਭ ਸਿੰਘ ਉਗੋ ਕੇ ਹੈ, ਮੋਬਾਈਲ ਫੋਨਾਂ ਦੇ ਇੱਕ ਦੁਕਾਨ ਤੇ ਰਿਪੇਅਰ ਦਾ ਕੰਮ ਕਰਦਾ ਸੀ। ਪਰ ਤੁਹਾਡੀ ਪ੍ਰਾਪਰਟੀ ਕਿੰਨੀ ਹੈ ਜਿਸ ਗੱਲ ਦਾ ਉਹ ਜ਼ਿਕਰ ਕਰਦੇ ਮੇਰੀ ਤਾਂ ਜੀ 2014 ਤੋਂ ਲੜਨ ਲੱਗਿਆ। 2014 'ਚ ਲੜਿਆ, ਉਹ ਤਾਂ ਭਰਨੀ ਪੈਂਦੀ ਹੈ ਨਾ ਸਾਰੀ। ਉੱਥੇ ਪੈਸੇ ਕਿੰਨੇ? 14 'ਚ ਲੜਿਆ ਜੀ, ਤਾਂ ਮੇਰੀ ਜਿਹੜੀ ਕਲਾਕਾਰ ਪਹਿਲਾਂ 12 'ਚ ਲੜਿਆ, ਜਿਹੜੀ ਕਲਾਕਾਰੀ ਵਾਲੇ ਜੀਵਨ 'ਚੋਂ ਕਮਾਈ ਸੀ ਸਾਰੀ ਦੱਸਤੀ। ਜਿਹੜੀ 14 'ਚ ਲੜਿਆ 12 ਤੋਂ ਘਟ ਗਈ, ਕਿਉਂਕਿ 12 ਤੋਂ 14 'ਚ ਜਗ ਨੂੰ ਵੀ ਬੰਦ ਕਰਾਤੇ ਸੀ ਮੇਰੇ ਤਾਂ ਸੀਰੀਅਲ ਇਹਨਾਂ ਨੇ, ਉਹ ਘਟ ਗਏ ਜੀ। ਫਿਰ 17 'ਚ ਲੜਿਆ ਜੀ ਜਲਾਲਾਬਾਦ ਤੋਂ, 14 ਨਾਲੋਂ ਘਟ ਗਏ ਜੀ। ਫਿਰ 19 'ਚ ਲੜਿਆ 17 ਨਾਲੋਂ ਘਟ ਗਏ ਜੀ। 22 'ਚ ਲੜਿਆ 19 ਨਾਲੋਂ ਘਟ ਗਏ ਜੀ। ਤੇ ਮੈਂ ਹੁਣ ਕਿੰਨੀ ਹੈ ਖਾਤੇ 'ਚ, ਕਿੰਨੇ ਪੈਸੇ ਹੋਣਗੇ ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਜਿੰਨੀ ਤਨਖਾਹ ਆਉਂਦੀ ਹੈ ਤਨਖਾਹ ਦੀ ਹੈ, ਹੋਰ ਮੈਨੂੰ ਲੋੜ ਹੀ ਨਹੀਂ। ਦੇਖੋ ਗੱਲ ਇਹ ਹੈ, ਪਤਾ ਕੀ ਹੈ, ਇਹ ਗੁਣਾ ਜਾਂ ਇਹ ਮਲਟੀਪਲਾਈਆਂ ਕਰਨ ਵਾਸਤੇ ਨਹੀਂ ਆਇਆ ਰਾਜਨੀਤੀ 'ਚ, ਠੀਕ ਹੈ। ਪੈਸੇ ਕਮਾਉਣੇ ਹੁੰਦੇ ਮੈਂ ਕਲਾਕਾਰੀ 'ਚੋਂ ਬਹੁਤ ਕਮਾ ਲੈਂਦਾ, ਮੈਂ ਬਹੁਤ ਫੇਮਸ ਕਲਾਕਾਰ ਸੀ, ਮੈਂ ਕੋਈ ਫੇਲ ਕਲਾਕਾਰ ਥੋੜੀ ਸੀ ਕਿ ਇੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ। ਮੈਂ ਲਾਫਟਰ ਚੈਲੰਜ ਜਾਂਦਾ ਹੁਣ ਨੂੰ, ਬਾਲੀਵੁੱਡ ਦੀਆਂ ਮੂਵੀਆਂ 'ਚ ਮੈਂ ਆਉਂਦਾ ਹੁੰਦਾ। ਆ ਜਿਹੜੀ ਫਿਲਮਾਂ ਦੀ ਟੀਮ ਹੈ ਸਾਰੀ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਰਾਣਾ ਰਣਵੀਰ, ਜਗਤਾਰ ਜੱਗੀ, ਦੇਵ ਖਰੋੜ, ਸਾਰੇ ਮੇਰੀ ਟੀਮ ਹੈ, ਠੀਕ ਹੈ ਨਾ। ਸੋ ਮੈਂ ਪੈਸੇ ਕਮਾਉਣਾ ਹੈ ਇੱਥੇ, ਮੈਂ ਤਾਂ ਇੱਥੇ ਪੰਜਾਬ ਦੇ ਲੋਕਾਂ ਦੇ ਹੱਕ 'ਚ ਆਇਆ ਕਿ ਮੇਰੀ ਆਵਾਜ਼ ਨੂੰ ਮਸ਼ਹੂਰ ਕੀਤਾ ਲੋਕਾਂ ਨੇ, ਮੇਰੇ ਚਿਹਰੇ ਨੂੰ ਮਸ਼ਹੂਰ ਕੀਤਾ ਲੋਕਾਂ ਨੇ, ਤੇ ਫਿਰ ਜੇ ਆਵਾਜ਼ ਤੇ ਚਿਹਰਾ ਲੋਕਾਂ ਨੇ ਮਸ਼ਹੂਰ ਕੀਤਾ ਤਾਂ ਇਹ ਆਵਾਜ਼ ਤੇ ਚਿਹਰਾ ਮੈਂ ਲੋਕਾਂ ਵਾਸਤੇ ਵਰਤੂੰਗਾ, ਉਹਨਾਂ ਜੀਵਨ ਪੱਧਰ ਉੱਚਾ ਚੱਕਣ ਵਾਸਤੇ। ਪਰ ਤੁਹਾਡੇ ਵਿਰੋਧੀ ਕਹਿੰਦੇ ਆ ਵੀ ਤੁਸੀਂ ਪਹਿਲਾਂ ਹੋਰ ਗੱਲਾਂ ਕਰਦੇ ਸੀ, ਸਿਆਸਤ 'ਚ ਆਉਣ ਤੋਂ ਬਾਅਦ ਬੰਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਬਦਲ ਜਾਂਦਾ, ਆਪਦੀਆਂ ਗੱਲਾਂ ਤੇ ਪੂਰੇ ਨਹੀਂ ਉਤਰਦੇ। ਕਹਿੰਦੇ ਕੁਰਸੀ 'ਚ ਇਸ ਗੱਲ ਨੂੰ ਲੈ ਕੇ ਕਿਹੜੀ ਗੱਲ ਹੈ ਜੀ ਜਿਹੜੀ ਮੈਂ ਪਹਿਲਾਂ ਹੋਰ ਕੀਤੀ ਸੀ ਤੇ ਹੁਣ ਹੋਰ ਕਿਹੜੀ ਗੱਲ? ਕਹਿੰਦੇ ਕੁਰਸੀ 'ਚ ਅਜਿਹਾ ਕੁਝ ਹੈ। ਨਹੀਂ ਤੁਸੀਂ ਕੁਰਸੀ 'ਚ ਨਾ ਕੱਢੋ ਜੀ, ਪਹਿਲਾਂ ਇਹ ਦੱਸੋ ਜੀ ਗੱਲ ਕਿਹੜੀ ਹੈ ਜਿਹੜੀ ਮੈਂ ਪਹਿਲਾਂ ਹੋਰ ਕਹਿੰਦਾ ਸੀ ਤੇ ਹੁਣ ਹੋਰ? ਕਿਸਾਨਾਂ ਨਾਲ ਰਿਲੇਟਡ ਬਹੁਤ ਸਾਰੇ ਇਸ਼ੂਜ਼ ਨੇ, ਐਮਐਸਪੀ ਨੂੰ ਲੈ ਕੇ ਇਸ਼ੂ ਨੇ ਕਿ ਹਰ ਫਸਲ ਤੇ ਅਸੀਂ ਐਮਐਸਪੀ ਦੇਵਾਂਗੇ ਤੇ ਪਰ ਹੁਣ ਕਹਿੰਦੇ ਪੂਰਾ ਨਹੀਂ ਕਰ ਰਹੇ, ਜਾਂ ਤੁਹਾਡੀਆਂ ਗਰੰਟੀਆਂ ਜਿਹੜੀਆਂ ਮਹਿਲਾਵਾਂ ਨੂੰ ਪੈਸੇ ਦੇਣ ਵਾਲੀ ਆ ਉਸ ਨੂੰ ਲੈ ਕੇ ਇਹ ਪ੍ਰਚਾਰ 'ਚ ਮੁੱਦੇ ਚੱਲ ਰਹੇ ਆ ਸਾਰੇ। ਸੋ ਉਹਨਾਂ ਦੇ ਜਵਾਬ ਮੰਗਦੇ ਆ, ਔਰ ਜਵਾਬ ਆਬਵੀਅਸਲੀ ਜਦੋਂ ਮੀਡੀਆ 'ਚ ਗੱਲਬਾਤ ਆਉਂਦੀ ਹੈ ਤਾਂ ਉਹਦੇ ਥਰੂ ਹੀ ਲਿਆ ਜਾਂਦਾ ਜਾਂ ਦਿੱਤਾ ਜਾਂਦਾ ਜੀ। ਜਿਹੜੇ ਇਹ ਵਾਅਦੇ ਕੀਤੇ ਨੇ, ਗਰੰਟੀਆਂ ਦਿੱਤੀਆਂ ਨੇ, ਇਹ 5 ਸਾਲ 'ਚ ਕਰਨ ਵਾਸਤੇ ਕੀਤੀਆਂ ਨੇ, ਪਰ ਪਹਿਲੇ ਸਾਲ ਹੀ ਅਸੀਂ ਇਹੋ ਜਿਹੇ ਕੰਮ ਵੀ ਕਰਤੇ ਜਿਨ੍ਹਾਂ ਨੇ ਗਰੰਟੀਆਂ ਵੀ ਨਹੀਂ ਦਿੱਤੀਆਂ, ਠੀਕ ਹੈ ਜੀ। ਬਿਜਲੀ ਫ੍ਰੀ ਦੀ ਗਰੰਟੀ ਦਿੱਤੀ ਸੀ, ਪੂਰੀ ਕਰਤੀ। ਮੁਹੱਲਾ ਕਲੀਨਿਕਾਂ ਦੀ ਗਰੰਟੀ ਦਿੱਤੀ ਸੀ, ਲੱਗ ਰਹੇ ਨੇ। ਸਕੂਲਾਂ ਦੀ ਗਰੰਟੀ ਦਿੱਤੀ ਸੀ, ਬਣਨਗੇ ਮੁਫਤ ਦੀ ਪੜ੍ਹਾਈ ਤੇ ਵਧੀਆ ਸਿੰਗਾਪੁਰ ਤੋਂ ਟ੍ਰੇਨਿੰਗ ਦਵਾਵਾਂਗੇ, ਉਹ ਬਾਹਰਲੇ ਮੁਲਕਾਂ 'ਚੋਂ, ਉਹ ਵੀ ਪੂਰੀ ਕਰਤੀ। ਟੋਲ ਪਲਾਜ਼ੇ ਬੰਦ ਕਰਨ ਦੀ ਗਰੰਟੀ ਦਿੱਤੀ ਸੀ, ਨਹੀਂ ਦਿੱਤੀ ਸੀ। ਜਦੋਂ ਮੇਰੇ ਕੋਲ ਆਏ ਆ ਪਹਿਲਾਂ ਵੀ 2-2 3-3 ਸਾਲ ਹੋ ਗਏ, ਇਹ ਲੋਕਾਂ ਨੂੰ ਲੁੱਟੀ ਜਾਂਦੇ ਨੇ। 9 ਟੋਲ ਪਲਾਜ਼ੇ ਬੰਦ ਕਰਤੇ ਜੀ, ਪਹਿਲਾਂ ਹੀ ਬੰਦ ਹੋ ਸਕਦੇ ਸੀ ਉਹ। ਮੇਰੇ ਕੋਲ ਹੁਣ ਟਾਈਮ ਖਤਮ ਹੋਇਆ ਤਾਂ ਨਹੀਂ, ਲੋਕੀ ਨਹੀਂ ਕਹਿੰਦੇ, ਜਿਹੜੇ ਤੁਹਾਡੇ ਸੀ ਉਹ ਡੱਬੀਆਂ 'ਚ ਬਿਠਾਉਣੇ ਉਹਨਾਂ ਨੂੰ ਉਹ ਕਹਿੰਦੇ ਨੇ। ਮੈਂ ਦੱਸਦਾ ਕਿਸੇ ਟੋਲ ਪਲਾਜ਼ੇ ਨੂੰ ਅਸੀਂ ਨੋਟਿਸ ਦਿੱਤਾ ਕਿ ਤੂੰ ਤੇਰਾ ਬੋਰੀ ਬਿਸਤਰਾ ਚੱਕ, ਉਹਦਾ ਮੈਨੂੰ ਆ ਗਿਆ 581 ਦਿਨ ਹੋਰ ਵਧਾਓ ਜੀ। 2 ਸਾਲ 2 ਸਾਲ ਤੋਂ ਨਹੀਂ ਲਿਖਦੇ ਉਹ ਦਿਨ ਲਿਖਦੇ ਨੇ ਤਾਂ ਕਿ ਐ ਨਾ ਲੱਗੇ ਵੀ ਕਿੰਨੇ ਸਾਲ ਨੇ। 581 ਦਿਨ ਹੋਰ ਵਧਾ ਦਿਓ ਜੀ। ਕਿਉਂ ਵਧਾਈਏ ਬਈ?
ਨਾ ਜੀ ਕਦੇ ਕਿਸਾਨ ਅੰਦੋਲਨ ਆ ਗਿਆ ਸੀ ਤੇ ਕਰੋਨਾ ਆ ਗਿਆ ਸੀ। ਅਸੀਂ ਕਿਹਾ ਕਰੋਨਾ ਕੱਲਿਆਂ ਤੇ ਆਇਆ ਸੀ, ਕਰੋਨਾ ਤਾਂ ਸਾਰਿਆਂ ਤੇ ਆਇਆ ਸੀਗਾ, ਤੇ ਤੁਹਾਨੂੰ ਹਰੇਕ ਨੂੰ ਕਰੋਨਾ 'ਚ ਨੁਕਸਾਨ ਹੋਇਆ। ਤੇ ਕਿਸਾਨ ਅੰਦੋਲਨ ਦਿੱਲੀ ਜਾਓ ਬਈ, ਮੋਦੀ ਜੀ ਨੇ ਬਣਾਇਆ ਸੀ ਕਾਨੂੰਨ ਉਹ। ਨਹੀਂ ਜੀ ਕਹਿੰਦੇ ਅਸੀਂ ਤਾਂ ਫਿਰ ਕੋਰਟ ਜਾਵਾਂਗੇ। ਅਸੀਂ ਕਿਹਾ ਫਿਰ ਐਂ ਕਰੋ ਕੋਰਟ ਹੀ ਚੱਲਦੇ ਹਾਂ, ਤੁਸੀਂ ਵਧਾਓ 581 ਦਿਨ। ਅਸੀਂ ਨਹੀਂ ਵਧਾਏ, ਟੋਲ ਪਲਾਜ਼ਾ ਬੰਦ ਕਰਤਾ। ਜੇ ਇਸ ਤੋਂ ਪਹਿਲਾਂ ਕਹਿੰਦੇ ਪਹਿਲਾਂ ਵਾਲੀਆਂ ਸਰਕਾਰ ਨੇ ਵਧਾਏ ਹੋਏ ਨੇ, ਕਿਸੇ ਨੇ 350 ਦਿਨ ਵਧਾਤਾ, ਕਿਸੇ ਨੇ 500 ਦਿਨ ਵਧਾਤਾ, ਮੈਂ ਨਹੀਂ ਵਧਾਏ। ਕਿਉਂਕਿ ਜੇ ਮੈਂ ਵੀ ਉਦਾਂ ਦਾ ਹੁੰਦਾ ਮੈਂ ਵੀ ਕਹਿੰਦਾ 581 को 600 ਵਧਾ ਲਓ, 400 ਦਿਨ ਮੇਰਾ तो 200 ਤੋਂ ਤੁਹਾਡਾ। ਲੇਕਿਨ ਵਿਰੋਧੀ ਕਹਿੰਦੇ ਤਜਰਬੇ ਦੀ ਕਮੀ ਹੈ ਔਰ ਇਸ ਵਜ੍ਹਾ ਕਰਕੇ ਕਈ ਗਲਤੀਆਂ ਹੋ ਜਾਂਦੀਆਂ। ਕਹਿੰਦੇ ਦਿੱਲੀ ਤੋਂ ਹੁਕਮ ਉਹਨਾਂ ਨੂੰ ਇਹ ਕਹਿ ਦਿਓ ਕਿ ਲੋਕ ਦੁਖੀ ਹੋਏ ਤਜਰਬੇਕਾਰਾਂ ਤੋਂ ਨੇ, ਬਸ ਉਹਨੂੰ ਕੋਈ ਤਜਰਬੇ ਦੀ ਕਮੀ ਨਹੀਂ। ਠੀਕ ਹੈ ਜੀ, 8 ਸਾਲ ਹੋ ਗਏ ਜੀ ਐਮਪੀ ਬਣੇ ਨੂੰ, ਤਜਰਬੇ ਦੀ ਕਮੀ। ਸਭ ਤੋਂ ਵੱਧ ਬੋਲਣ ਵਾਲਾ ਐਮਪੀ ਕੌਣ ਸੀ? ਇਹ ਸੌਂ ਕੇ ਆ ਜਾਂਦੇ ਸਾਰੇ, ਇਹਨੂੰ ਪਤਾ ਹੀ ਨਹੀਂ ਹੈਗਾ ਸਵਾਲ ਕਿਵੇਂ ਲਾਈਦਾ ਹੁੰਦਾ, ਉੱਥੇ ਆਪਦੇ ਪੰਜਾਬ ਦੇ ਹੱਕਾਂ ਵਾਸਤੇ ਲੜੀਦਾ ਕਿਵੇਂ ਹੁੰਦਾ। ਠੀਕ ਹੈ ਨਾ, ਇਹ ਤਜਰਬੇ ਦੀ ਕਮੀ ਕਾਹਦੀ ਹੈ? ਇਹ ਜੰਮਦੇ ਹੀ ਤਜਰਬੇਕਾਰ ਨੇ। ਇਹ ਆਪਦੇ ਧੀਆਂ ਪੁੱਤਾਂ ਨੂੰ ਆਉਣ ਸਾਰੀ ਬਣਾ ਲੈਂਦੇ ਨੇ, ਪ੍ਰਧਾਨ ਲੱਗ ਗਿਆ, ਕੋਈ ਭਾਈ ਲੱਗ ਗਿਆ, ਕੋਈ ਕਿਤੇ ਲੱਗ ਗਿਆ। ਕੋਈ ਤਜਰਬੇ ਦੀ ਕਮੀ ਨਹੀਂ, ਇਹਨਾਂ ਕੋਲੇ ਨੀਅਤ ਦੀ ਕਮੀ ਹੈ। ਸਾਡੇ ਕੋਲੇ ਸੱਚੀ ਨੀਅਤ ਹੈ, ਇਮਾਨਦਾਰੀ ਹੈ। ਕਹਿੰਦੇ ਭਗਵੰਤ ਮਾਨ ਤੇ ਕੇਜਰੀਵਾਲ ਲੋਕਾਂ ਨੂੰ ਫਰੀ ਦੀਆਂ ਚੀਜ਼ਾਂ ਦੀ ਆਦਤ ਪਾਈ ਜਾਂਦੇ ਆ। ਐਮਪੀਆਂ ਤੇ ਐਮਐਲਏ ਨੂੰ ਬਿਜਲੀ ਫਰੀ ਨਹੀਂ ਮਿਲਦੀ, ਕਿੰਨੇ ਹਜ਼ਾਰ ਯੂਨਿਟ, ਤੇ ਜੇ ਮੈਂ 600 ਯੂਨਿਟ ਲੋਕਾਂ ਨੂੰ ਦੇਤਾ ਇਹਨਾਂ ਦਾ ਢਿੱਡ ਦੁਖਦਾ ਹੈ। ਕਹਿੰਦੇ ਜੀ ਇਲਾਜ ਫਰੀ ਕਰੀ ਜਾਂਦਾ ਇਹ, ਲੋਕਾਂ ਦਾ ਆਦਤਾਂ ਪਾਈ ਜਾਂਦੇ। ਆਪਦੇ ਇਲਾਜ ਕਿੱਥੋਂ ਕਰਾਉਂਦੇ ਆ ਇਹ? ਇਹਨਾਂ ਦਾ ਇਲਾਜ ਫਰੀ ਨਹੀਂ ਹੈਗਾ, ਭਾਵੇਂ ਐਕਸ ਐਮਐਲਏ ਹੋ ਜਾਣ, ਇਹਨਾਂ ਦੇ ਇਲਾਜ ਦਾ ਪੈਸਾ ਖਜ਼ਾਨੇ 'ਚੋਂ ਜਾਂਦਾ ਹੈ। ਫਿਰ ਜੇ ਲੋਕਾਂ ਦਾ ਇਲਾਜ ਅਸੀਂ ਫਰੀ ਕਰ ਦਾਂਗੇ ਫਿਰ ਕਿਉਂ ਇਹਨਾਂ ਨੂੰ ਕਿਹਨੂੰ ਕਰਜ਼ਾ ਚੜਿਆ? ਨਹੀਂ ਚੜਿਆ, ਨਹੀਂ ਚੜਿਆ ਜੀ। 16,000 ਮੂਲਧਨ, 20,000 ਉਹਦਾ ਵਿਆਜ, 36,000 ਕਰੋੜ ਰੁਪਇਆ ਮੋੜਿਆ ਵੀ ਹੈ। ਤੇ ਬਿਜਲੀ ਬੋਰਡ ਦਾ 20,200 ਕਰੋੜ ਰੁਪਇਆ 26 ਸਾਲਾਂ ਬਾਅਦ ਪਹਿਲੀ ਵਾਰ ਹੋਇਆ ਬਿਜਲੀ ਬੋਰਡ ਦਾ ਸਾਰੇ ਸਾਲ ਦੀ ਸਬਸਿਡੀ ਦਾ ਪੈਸਾ ਦਿੱਤਾ ਜੀ। ਸਾਡਾ ਰੈਵਨਿਊ ਵਧਿਆ ਜੀ। ਅਸੀਂ ਕਿਹਾ 2798 ਕਰੋੜ ਐਕਸਾਈਜ਼ ਦਾ ਵੱਧ ਗਿਆ। ਕਹਿੰਦੇ ਨਹੀਂ ਵਧਿਆ ਨਹੀਂ, ਐਵੇਂ ਕਹਿੰਦੇ ਨੇ। ਜੀ ਅਸੀਂ ਘੱਟ ਦੱਸਦੇ ਹੋਈਏ ਤਾਂ ਕਹੋ ਵੀ ਘੱਟ ਦੱਸਿਆ ਜੀ, ਇਹ ਖਾਣਗੇ ਇੰਨਾ ਵਧਿਆ। ਅਸੀਂ ਵਧਿਆ ਕਹੀਏ ਨਾ, ਕਹਿੰਦੇ ਵਧਿਆ ਨਹੀਂ, ਅਸੀਂ ਫਿਰ ਪੱਲਿਓਂ ਪਾਵਾਂਗੇ ਜੇ ਨਾ ਵਧਿਆ ਹੋਇਆ। ਮਤਲਬ ਉਹਨਾਂ ਨੂੰ ਉਮੀਦ ਹੀ ਨਹੀਂ ਹੈਗੀ ਸੀ, ਇਹ ਪਹਿਲਾਂ ਆਪਦੇ ਕੋਲ ਹੀ ਹੁੰਦੇ ਸਾਰੇ ਕੁਝ। ਰੈਵਨਿਊ ਵਧਿਆ, ਅਸੀਂ 2.25% ਰਜਿਸਟਰੀਆਂ ਤੇ ਟੈਕਸ ਘਟਾਤਾ 1 ਮਾਰਚ ਤੋਂ 31 ਮਾਰਚ ਤੱਕ। 322 ਕਰੋੜ ਵੱਧ ਰੈਵਨਿਊ ਆ ਗਿਆ ਜੀ। ਲੋਕ ਰਜਿਸਟਰੀਆਂ ਕਰਾਉਣ ਲੱਗ ਗਏ। ਮਤਲਬ ਪਹਿਲਾਂ ਜਿਹੜੇ ਪਾਵਰ ਆਫ ਅਟਾਰਨੀ ਤੇ ਸੀ, ਸਾਨੂੰ ਕਿਸਾਨ ਕਹਿੰਦੇ ਸਾਡੀ ਤਾਂ ਫਿਰ ਫਸਲ ਜ਼ਮੀਨ ਜਿਹੜੀ ਆ ਉਹਦੇ ਸੌਦੇ ਕਣਕ ਤੋਂ ਬਾਅਦ ਹੁੰਦੇ ਨੇ। ਅਸੀਂ ਅਪ੍ਰੈਲ ਤੱਕ ਕਰਤਾ, 30 ਅਪ੍ਰੈਲ ਤੱਕ 500 ਕਰੋੜ ਰੁਪਇਆ ਵੱਧ ਆ ਗਿਆ ਜੀ। ਹੁਣ 15 ਮਈ ਤੱਕ ਹੈ। ਸੋ ਅਸੀਂ ਨਾਲੇ ਲੋਕਾਂ ਨੂੰ ਸਹੂਲਤ ਦੇਤੀ 2.25% ਘਟਾ ਕੇ, ਨਾਲੇ ਖਜ਼ਾਨੇ 'ਚ ਪੈਸੇ ਆ ਗਏ। ਉਹੀ ਪੈਸੇ ਨਾਲ ਅਸੀਂ ਫਿਰ ਨੌਕਰੀਆਂ ਦਿੰਦੇ ਹਾਂ, ਉਹੀ ਪੈਸੇ ਨਾਲ ਅਸੀਂ ਬਿਜਲੀ ਫਰੀ ਕਰਦੇ ਹਾਂ। ਸਾਡਾ ਜਿਹੜਾ ਪ੍ਰਧਾਨ ਹੈ ਨਾ ਅਰਵਿੰਦ ਕੇਜਰੀਵਾਲ, ਇੱਕ ਫਾਇਦਾ ਹੈ, ਬਾਕੀ ਸਾਰੀਆਂ ਪਾਰਟੀਆਂ ਕੋਲੇ ਇਹ ਫਾਇਦਾ ਨਹੀਂ ਜੋ ਸਾਡੇ ਕੋਲੇ ਹੈ। ਸਾਡਾ ਅਰਵਿੰਦ ਕੇਜਰੀਵਾਲ ਪ੍ਰਧਾਨ ਜੋ ਹੈ ਨਾ, ਨੈਸ਼ਨਲ ਪਾਰਟੀ ਬਣ ਗਈ ਹੁਣ, ਉਹ ਇਨਕਮ ਟੈਕਸ ਦਾ ਕਮਿਸ਼ਨਰ ਰਿਹਾ। ਇਨਕਮ ਟੈਕਸ ਨੂੰ ਸਾਰਾ ਪਤਾ ਹੁੰਦਾ ਹੈ ਪੈਸਾ ਲਿਆਉਣਾ ਕਿੱਥੋਂ ਹੈ, ਪੈਸਾ ਲਾਉਣਾ ਕਿੱਥੇ ਹੈ। ਸੋ ਜੇ ਕੋਈ ਗਲਤ ਮਲਤ ਪੈਸਾ ਪਿਆ ਉਹ ਵੀ ਇਨਕਮ ਟੈਕਸ ਨੂੰ ਪਤਾ ਪਿਆ ਹੁੰਦਾ। ਤੁਸੀਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਜ਼ਿਕਰ ਕਰ ਰਹੇ ਹੋ, ਮੈਨੂੰ ਉਹਨਾਂ ਦੀ ਇੱਕ ਸਟੇਟਮੈਂਟ ਯਾਦ ਆ ਗਈ। ਥੋੜੇ ਦਿਨ ਪਹਿਲਾਂ ਉਹ ਜਲੰਧਰ ਦੇ ਵਿੱਚ ਹੀ ਕੋਈ ਰੈਲੀ ਸੀ, ਤਾਂ ਉਹਨਾਂ ਨੇ ਕਿਹਾ ਕਿ ਜਲੰਧਰ ਵਾਲੇ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪਾ ਕੇ ਕੀ ਮਿਲੂਗਾ, ਸਰਕਾਰ ਤੇ ਸਾਡੀ ਇਹ ਕੰਮ ਤੇ ਸਾਰੇ ਅਸੀਂ ਕਰਾਉਣੇ। ਹਾਂਜੀ, ਇਹਦੇ ਮਾਇਨੇ ਕੀ ਨੇ? ਇਹਦੇ ਮਾਇਨੇ ਇਹ ਨੇ, ਦੇਖੋ ਜੀ, ਕਿਉਂਕਿ ਇਸ ਚੀਜ਼ ਤੇ ਤੁਹਾਡੇ ਤੇ ਇਸ ਕਰਕੇ ਨਿਸ਼ਾਨੇ ਸਾਧੇ ਗਏ ਕਿ ਤੁਸੀਂ ਧਮਕਾ ਰਹੇ ਹੋ ਵੋਟਾਂ। ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਗਈ, ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਗਈ। ਕਰ ਲੈਣ ਜੀ, ਕੋਈ ਗੱਲ ਨਹੀਂ ਜੀ। ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਸੀਂ ਕਾਂਗਰਸ ਨੂੰ ਵੋਟਾਂ ਪਾ ਦੋਗੇ, ਰਾਹੁਲ ਗਾਂਧੀ ਪ੍ਰਧਾਨ ਮੰਤਰੀ ਤਾਂ ਬਣਦਾ ਨਹੀਂ, ਉਹ ਤਾਂ ਆਪਦੀ ਸੀਟ ਵੀ ਗਵਾਈ ਬੈਠਾ ਹੈ। ਠੀਕ ਹੈ ਜੀ। ਜੇ ਤੁਸੀਂ ਭਾਜਪਾ ਨੂੰ ਵੋਟਾਂ ਪਾ ਦੋਗੇ, ਮੋਦੀ ਨੂੰ ਕੋਈ ਫਰਕ ਨਹੀਂ ਪੈਂਦਾ। ਸਾਡੀ ਪਾਰਟੀ ਕੋਲੇ 92 ਐਮਐਲਏ ਵਿਧਾਨ ਸਭਾ 'ਚ ਨੇ, 63 ਦਿੱਲੀ ਦੀ ਵਿਧਾਨ ਸਭਾ 'ਚ ਨੇ, 5 ਗੁਜਰਾਤ ਦੀ ਵਿਧਾਨ ਸਭਾ 'ਚ ਨੇ, 2 ਗੋਆ ਦੀ ਵਿਧਾਨ ਸਭਾ 'ਚ ਨੇ, 10 ਰਾਜ ਸਭਾ 'ਚ ਨੇ। ਕੱਲ੍ਹ ਲੋਕ ਸਭਾ ਹੈ ਜਿੱਥੇ ਸਾਡਾ ਕੋਈ ਨੁਮਾਇੰਦਾ ਨਹੀਂ ਹੈਗਾ। ਪਹਿਲਾਂ ਮੈਂ ਸੀ ਸੰਗਰੂਰ ਤੋਂ, ਚਲੋ ਮੈਂ ਇੱਧਰ ਆ ਗਿਆ। ਤਾਂ ਅਸੀਂ ਇਹ ਕਹਿੰਦੇ ਹਾਂ ਕਿ ਜੇ ਲੋਕ ਸਭਾ 'ਚ ਵੀ ਹਿੱਸਾ ਪੈਂਦਾ ਨਾ, ਤਾਂ ਐਮਪੀ ਲੈਟ ਦਾ ਪੈਸਾ ਜਲੰਧਰ ਤੋਂ ਐਮਪੀ ਹੈਗੇ ਨੇ ਹਰਭਜਨ ਸਿੰਘ 2, ਜਲੰਧਰ ਤੋਂ ਐਮਪੀ ਹੈਗੇ ਨੇ ਮਿੱਤਲ ਸਾਹਿਬ 3 ਸੀਚੇਵਾਲ ਸਾਹਿਬ ਨੂੰ ਵੀ ਜਲੰਧਰ ਤੋਂ ਹੀ ਮੰਨੋ 4 ਐਮਪੀ ਹੋ ਗਏ। 4 ਐਮਪੀਆਂ 10 ਕਰੋੜ ਰੁਪਇਆ 6 ਮਹੀਨਾ, ਯਾਨੀ ਕਿ 20 ਕਰੋੜ ਹੋ ਗਿਆ ਜੀ 4 ਐਮਪੀਆਂ ਸਾਲ ਦਾ। ਤੇ ਨਾਲ ਜਿਹੜੀਆਂ ਹੋਰ ਸਕੀਮਾਂ ਲੈ ਕੇ ਆਉਣੀਆਂ ਨੇ, ਤੇ ਨਾਲ ਸਰਕਾਰ ਨਾਲ ਹੈ, ਤਾਂ ਅਸੀਂ ਦੁੱਗਣੇ ਤਿੱਗਣੇ ਹੌਸਲੇ ਨਾਲ ਕੰਮ ਕਰਾਂਗੇ ਜੇ ਲੋਕ ਸਾਡੇ ਤੇ ਯਕੀਨ ਕਰਨਗੇ। ਲੇਕਿਨ ਉਹ ਕਹਿੰਦੇ ਧਮਕੀ ਦੇ ਰਹੇ। ਕੌਣ ਧਮਕੀ ਦੇ ਰਿਹਾ ਜੀ? ਇਸ ਗੱਲ ਨੂੰ ਕਹਿ ਕੇ ਕਿ 4 ਸਾਲ ਵੀ ਵੋਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਿਹਾ ਵੀ ਦੂਜਾ ਬੰਦਾ ਜਿਹੜਾ ਆਏਗਾ ਉਹ ਲੜਾਈਆਂ 'ਚ ਉਲਝਿਆ ਰਹੇਗਾ। ਅਸੀਂ ਇਹ ਕਹਿ ਰਹੇ ਹਾਂ ਤੁਸੀਂ ਜੇ ਸਾਨੂੰ ਵੋਟਾਂ ਪਾ ਦੋਗੇ, ਜੇ ਜਲੰਧਰ ਜਿੱਤ ਜਾਾਂਗੇ, ਸਾਡਾ ਹੌਸਲਾ ਵੱਧ ਜਾਊਗਾ, ਕੰਮ ਤਾਂ ਅਸੀਂ ਕਰਨੇ ਨੇ।
ਉਹਨਾਂ ਨੇ 60 ਸਾਲ 'ਚ ਕੀ ਕਰਤਾ? ਹੁਣੀ ਤਾਂ ਤੁਸੀਂ ਕਹਿ ਕੇ ਹਟੋ ਕੂੜੇ ਦੇ ਢੇਰ, ਸੀਵਰੇਜ, ਤੇ ਫਿਰ ਉਹ 60 ਸਾਲ ਤੋਂ ਸੀਟ ਕਾਂਗਰਸ ਕੋਲੇ ਹੈ ਜੀ, 60 ਸਾਲ ਤੋਂ 3 ਪੀੜ੍ਹੀਆਂ ਹੋ ਜਾਂਦੀਆਂ ਨੇ। ਉਹਨਾਂ ਨੇ ਐਮਪੀ ਲੈਟ ਵੀ ਨਹੀਂ ਲਾਇਆ। ਮੈਂ 8 ਸਾਲ ਐਮਪੀ ਰਿਹਾ। ਤੁਸੀਂ ਮੇਰੇ ਵਾਲੇ ਪਾਸੇ ਜਾ ਕੇ ਦੇਖੋ, ਸੰਗਰੂਰ ਵਾਲੇ ਪਾਸੇ ਸਾਰਾ ਸੰਗਰੂਰ ਸੀਸੀਟੀਵੀ ਕੈਮਰਾ ਨਾਲ ਲੈਸ ਹੈ। ਹਰੇਕ ਪਿੰਡ 'ਚ ਮੈਂ ਸਕੂਲਾਂ ਦੇ ਕਮਰੇ ਪਵਾਏ, ਐਂਬੂਲੈਂਸਾਂ ਦਿੱਤੀਆਂ। ਇਸ ਤੋਂ ਇਲਾਵਾ ਆਪਣਾ ਜਿਹੜੇ ਪਿੰਡਾਂ ਦੇ ਵਿੱਚ ਆਰਓ ਫਿਲਟਰ ਵਾਟਰ ਹੈ ਜੀ, ਔਰ ਕਿੰਨੇ ਕੰਮ ਅਸੀਂ ਇਕੱਲੇ ਐਮਪੀ ਲੈਟ ਨਾਲ ਕੀਤੇ। ਲੇਕਿਨ 1996 ਤੋਂ ਇਹ ਕਾਂਗਰਸ ਦਾ ਗੜ੍ਹ ਹੈ, ਕਾਂਗਰਸ ਲਗਾਤਾਰ ਜਿੱਤਦੀ ਆਈ ਹੈ। ਔਰ ਜਦੋਂ ਹਨੇਰੀ ਸੀ 2022 ਚ ਆਮ ਆਦਮੀ ਪਾਰਟੀ ਦੀ, ਉਦੋਂ ਵੀ ਜਲੰਧਰ 'ਚ ਸਿਰਫ 4 ਵਿਧਾਇਕ ਬਣੇ ਸੀ। ਤੁਹਾਨੂੰ ਲੱਗਦਾ ਹੈ ਕਿ ਸੇਂਧਮਾਰੀ ਤਾਂ ਕਰਤੀ ਹੈ, ਉਹ ਕਿਲਾ ਵੀ ਢਾਹ ਪਾਓਗੇ? ਔਰ ਜਦੋਂ ਕਾਂਗਰਸ ਪੂਰੀ ਇਕੱਠੀ ਹੈ, ਕਹਿੰਦੇ ਕਾਂਗਰਸ ਉਦੋਂ ਜਿੱਤਦੀ ਹੈ ਜਦੋਂ ਪੂਰੀ ਇਕੱਠੀ ਹੋਵੇ, ਔਰ ਪੂਰੀ ਇਕੱਠੀ ਨਜ਼ਰ ਆ ਰਹੀ ਹੈ। ਇਹ ਵੀ ਖਬਰ ਹੈ, ਇਕੱਠੀ ਕਾਂਗਰਸ ਨਜ਼ਰ ਆ ਰਹੀ ਨਜ਼ਰ ਤੇ ਆਈ ਗਈ ਹੈ। ਉਹ ਜੀ ਤੁਸੀਂ ਉਹਨਾਂ ਦੇ ਮੂੰਹ ਦੇਖਿਓ, ਬੈਠੇ ਇਕੱਠੇ ਹੁੰਦੇ ਨੇ, ਇੱਕ ਤਾਂ ਇੱਧਰ ਨੂੰ ਮੂੰਹ ਹੁੰਦਾ, ਇੱਕ ਤਾਂ ਉੱਧਰ ਨੂੰ ਹੁੰਦਾ। ਉਹ ਉਹਦੀਆਂ ਲੱਤਾਂ ਖਿੱਚ ਜਾਂਦਾ, ਉਹਦੀਆਂ ਖਿੱਚ ਜਾਂਦਾ। ਉਹ ਕਹਿੰਦਾ ਇਹ ਨਾ ਕਿਤੇ ਤਾਂ ਚੜ ਜਾਏ, ਉਹ ਕਹਿੰਦਾ ਇਹ ਨਾ ਤਾਂ ਚੜ ਜਾਏ। ਸੋ ਪਤਾ ਕੀ ਹੈ, ਅਸੀਂ ਕਿਸੇ ਨੂੰ ਹਰਾਉਣ ਨਹੀਂ ਆਏ, ਅਸੀਂ ਭਾਜਪਾ ਨੂੰ ਖੁੱਡੇ ਲੈਣ ਜਾਂ ਕਿਲਾ ਢਾਉਣ ਨਹੀਂ ਆਏ, ਅਸੀਂ ਕਾਂਗਰਸ ਦਾ ਕੋਈ ਕਿਲਾ ਢਾਉਣ ਨਹੀਂ ਆਏ। ਅਸੀਂ ਤਾਂ ਲੋਕਾਂ ਨੂੰ ਜਿਤਾਉਣ ਆਏ ਆ। ਕੋਈ ਕਹਿੰਦਾ ਅਸੀਂ ਤੁਸੀਂ ਬੀਜੇਪੀ ਦੀ ਬੀ ਟੀਮ ਹੋ, ਕੋਈ ਸਾਨੂੰ ਕਹਿੰਦਾ ਕਾਂਗਰਸ ਦੀ ਬੀ ਟੀਮ ਹੋ। ਅਸੀਂ ਲੋਕਾਂ ਦੀ ਏ ਟੀਮ ਆ ਜੀ, ਠੀਕ ਹੈ ਨਾ। ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਸਵਾ ਸਾਲ ਦੇ ਲਗਭਗ ਹੋਣ ਲੱਗਿਆ ਔਰ ਲੋਕ ਖੁਸ਼ ਨੇ ਕਿ ਸਰਕਾਰ ਸਾਡੇ ਦੁਆਰ ਆਉਣ ਲੱਗ ਗਈ। ਹੁਣ ਤੱਕ ਕੈਬਨਿਟ ਵੀ ਅਸੀਂ ਚੰਡੀਗੜ੍ਹ ਤੋਂ ਬਾਹਰ ਕੱਢਣ ਲੱਗੇ ਹਾਂ। ਕੈਬਨਿਟ ਵੀ ਮੋਗੇ, ਕੈਬਨਿਟ ਮਾਨਸਾ, ਕੈਬਨਿਟ ਮੁਕਤਸਰ, ਕੈਬਨਿਟ ਪਿੰਡਾਂ 'ਚ ਵੱਡਿਆਂ 'ਚ ਉੱਥੇ ਕਰਾਂਗੇ। ਤੇ ਨਾਲ ਸਾਰੇ ਮੰਤਰੀ ਜਾਣਗੇ, ਅਫਸਰ ਲੈ ਕੇ ਜਾਣਗੇ, 5-10 ਪਿੰਡਾਂ ਦਾ ਲੋਕਾਂ ਦਾ ਇਕੱਠ ਕਰਕੇ ਉੱਥੇ ਹੀ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰਾਂਗੇ। ਲੋਕਾਂ ਨੂੰ ਚੰਡੀਗੜ੍ਹ ਆਉਣਾ ਨਾ ਪਵੇ, ਚੰਡੀਗੜ੍ਹ ਨੂੰ ਲੋਕਾਂ ਕੋਲ ਲੈ ਕੇ ਜਾਵਾਂਗੇ। ਇਹ ਸਾਡੀਆਂ ਪਾਲਿਸੀਆਂ। ਅੰਮ੍ਰਿਤਪਾਲ ਦਾ ਜ਼ਿਕਰ ਬੜਾ ਹੋਇਆ ਪਿਛਲੇ ਦਿਨਾਂ 'ਚ, ਜਿਵੇਂ ਯੂਥ ਨਾਲ ਜੁੜਨ ਲੱਗ ਪਿਆ, ਮਾਹੌਲ ਖਰਾਬ ਹੋਣ ਦੀ ਕੋਸ਼ਿਸ਼, ਇਸ ਗੱਲ ਦੀਆਂ ਚਰਚਾਵਾਂ ਚੱਲ ਗਈਆਂ। ਉਸ ਪੂਰੇ ਇਨਸੀਡੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਲਗਾਤਾਰ ਇੱਕ ਵੱਖਰਾ ਫਿਰ ਜੋ 80 ਦਾ ਦੌਰ ਸੀ, 90 ਦਾ ਦੌਰ ਸੀ, ਉਸ ਗੱਲ ਦੀ ਚਰਚਾ ਜਿਹੜੀ ਉਹ ਹੋਣ। ਥੋੜਾ ਜਿਹਾ ਮੈਂ ਇਹਦੇ 'ਚ ਹੋਰ ਐਡ ਕਰਨਾ ਚਾਹੁੰਦਾ ਸਵਾਲ ਦੇ ਵਿੱਚ ਕਿ ਇੱਕ ਵਾਰੀ ਕਿਸੇ ਇਨਸੀਡੈਂਟ ਨੂੰ ਜਾਂ ਇੱਕ ਵਾਰੀ ਜੋ ਕੋਈ ਘਟਨਾ ਚੱਕਰ ਚੱਲ ਰਿਹਾ ਤੁਸੀਂ ਉਹਨੂੰ ਮੈਨੇਜ ਕਰ ਲਿਆ, ਪਰ ਕਿਤੇ ਨਾ ਕਿਤੇ ਜਿਹੜੇ ਉਸ ਚੀਜ਼ ਤੋਂ ਇੰਪ੍ਰੈਸ ਹੋ ਕੇ ਉਸ ਪਾਸੇ ਵੱਲ ਗਏ, ਕਿਸੇ ਵੀ ਉਮੀਦ ਨਾਲ ਗਏ, ਉਹਨਾਂ ਦੇ ਲਈ ਵੀ ਅੱਗੇ ਸਰਕਾਰ ਕਿਸ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕਰੇਗੀ ਜਾਂ ਉਹਨਾਂ ਨੂੰ ਸੰਤੁਸ਼ਟ ਕਰੇਗੀ ਕਿ ਘੱਟੋ ਘੱਟ ਉਸ ਤਰੀਕੇ ਦੇ ਮਾਹੌਲ ਦੁਬਾਰਾ ਕੋਈ ਹੋਰ ਨਾ ਨਵਾਂ ਆ ਜੇ? ਜੇ ਮੈਂ ਸਿੱਧੀ ਗੱਲ ਕਹਾਂ ਤਾਂ ਦੇਖੋ ਜੀ, ਤੁਸੀਂ ਵੀ ਟੀਵੀ ਤੇ ਦਿਖਾਇਆ ਕਿਸ ਤਰ੍ਹਾਂ ਜਿਹੜੀ ਬੰਦੂਕਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਯੂਥ ਨੂੰ, ਬੁਲਟ ਪ੍ਰੂਫ ਜੈਕਟਾਂ ਕਦੋਂ ਕੰਮ ਆਉਂਦੀਆਂ ਨੇ? ਕਿਹਦੇ ਕੋਲ? ਉਹ ਤਾਂ ਫੋਰਸਾਂ ਕੋਲੇ ਹੁੰਦੀਆਂ ਨੇ, ਉਹ ਤਾਂ ਸਾਡੀ ਮਿਲਟਰੀ ਕੋਲੇ ਨੇ, ਉਹ ਤਾਂ ਸਾਡੇ ਪੁਲਿਸ ਕੋਲੇ ਨੇ। ਆਮ ਬੰਦਿਆਂ ਨੂੰ, ਆਮ ਮੁੰਡਿਆਂ ਨੂੰ, ਨੌਜਵਾਨ ਮੁੰਡਿਆਂ ਨੂੰ ਬੁਲਟ ਪ੍ਰੂਫ ਜੈਕਟਾਂ, ਇਹਦਾ ਮਤਲਬ ਗੋਲੀਆਂ ਨਾਲ ਲੜਾਈ ਕਰਨ ਦੀ ਇੱਛਾ ਹੈਗੀ ਹੈ ਕੋਈ, ਕਿ ਗੋਲੀਆਂ ਚੱਲਣਗੀਆਂ, ਬੁਲਟ ਪ੍ਰੂਫ ਜੈਕਟਾਂ ਪਾਓ, ਠੀਕ ਹੈ ਨਾ। ਤਾਂ ਕੁਛ ਪੰਜਾਬ ਦੇ ਅਮਨ ਭਾਈਚਾਰੇ ਨੂੰ ਜਿਹੜਾ ਉਹਨਾਂ ਤੋੜਨ ਦੀ ਕੋਸ਼ਿਸ਼ ਕਰ ਰਹੇ। ਵਿਜੇ ਜੀ, ਪੰਕਜ ਜੀ, ਲੱਖਾਂ ਲੋਕ ਸੁਣ ਰਹੇ ਨੇ, ਲੱਖਾਂ ਲੋਕਾਂ ਨੇ 85 ਤੋਂ 95 ਵਾਲੇ 10 ਸਾਲ ਦੇਖੇ ਹੋਏ ਨੇ। ਉਹ ਨਹੀਂ ਚਾਹੁੰਦੇ ਕਿ ਸਾਡੇ ਜਵਾਕ ਵੀ ਹੁਣ ਇਦਾਂ ਦੇ ਜਿਹੜੇ ਕੰਮਾਂ 'ਚ ਪੈਣ। ਤੇ ਬੱਚੇ ਨੌਜਵਾਨ ਨੇ, ਯੰਗ ਮੁੰਡੇ ਨੇ, ਪਰ ਹੈੱਡ ਪੈਸੇ ਸਾਡੇ ਕੋਲ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਖੁਲਾਸੇ ਕਰਾਂਗੇ। ਪੈਸੇ ਕਿੱਥੋਂ ਆ ਰਹੇ ਸੀਗੇ? ਕਿੱਥੋਂ ਆ ਰਹੇ ਸੀ? ਬਾਹਰੋਂ ਆ ਰਹੇ ਸੀ। ਕਿਹੜੀ ਜਗ੍ਹਾ ਤੋਂ? ਉਹ ਜਗ੍ਹਾ ਵੀ ਦੱਸ ਦਾਂਗੇ। ਬਾਹਰੋਂ ਪੈਸੇ ਆ ਰਹੇ ਸੀ, ਪਰ ਹੈੱਡ ਪੈਸੇ ਆ ਰਹੇ ਸੀ। ਦੁੱਖ ਦਾ ਇਹ ਗੱਲ ਕਿ ਜਿੰਨੇ ਨਵੇਂ ਮੁੰਡਿਆਂ ਨੂੰ ਬੰਦੂਕ ਫੜਾਓਗੇ, ਉਹਦੀ ਬੰਦੂਕ ਨਾਲ ਫੋਟੋ ਖਿਚਾ ਕੇ ਸਾਨੂੰ ਭੇਜੋ, ਇੰਨੇ $1000 ਦੇ ਦਾਂਗੇ। ਮਤਲਬ $1000 ਲਾ ਲਓ, 2 ਲੱਖ 3 ਲੱਖ ਦੇ ਦਿਓ। ਮਤਲਬ ਕਿਸੇ ਆਮ ਬੰਦੇ ਦੇ ਕੱਲੇ ਪੁੱਤ ਦੀ ਕੀਮਤ, ਉਹਦੇ ਜਾਨ ਦੀ ਕੀਮਤ 2-3 ਲੱਖ ਰੁਪਏ ਸਿਰਫ ਆਪਣੀ ਦੁਕਾਨ ਚਲਾਉਣ ਵਾਸਤੇ। ਤੁਸੀਂ ਇਹ ਕਿਹੜੇ ਪੰਜਾਬ ਤਰੱਕੀ ਵੱਲ ਨੂੰ ਜਾ ਰਿਹਾ ਹੈ? ਤੁਸੀਂ ਇਹ ਦੇਖ ਲਓ, 10000 ਬੰਦੇ ਦਾ ਇਕੱਠ ਹੈ, ਡੀਸੀ ਤੋਂ ਪਰਮਿਸ਼ਨ ਲਈ ਹੋਈ ਹੈ ਇਕੱਠ ਕਰਨ ਦੀ, ਸਟੇਜ ਲਾਉਣ ਦੀ, ਸਪੀਕਰ ਲਾਉਣ ਦੀ, ਜਿਹੜੀਆਂ ਬੰਦੂਕਾਂ ਨੇ ਆਲੇ ਦੁਆਲੇ ਉਹਦੇ ਵੀ ਲਾਇਸੈਂਸ ਸਰਕਾਰ ਤੋਂ ਲਏ ਹੋਏ ਨੇ, ਤੇ ਉਸ ਕਹਿੰਦੇ ਨੇ ਅਸੀਂ ਗੁਲਾਮ ਆ। ਇਹ ਗੁਲਾਮੀ? ਪਰ ਜਿਸ ਤਰੀਕੇ ਨਹੀਂ, ਮੈਨੂੰ ਦੱਸੋ, ਭਗਤ ਸਿੰਘ ਹੋਰੀ ਇਹਦਾ ਇਕੱਠ ਕਰ ਸਕਦੇ ਸੀ? ਭਗਤ ਸਿੰਘ ਹੋਰੀ ਰੈਲੀਆਂ ਕਰ ਸਕਦੇ ਸੀ? ਉਹ ਸੀਗੇ ਉਦੋਂ ਗੁਲਾਮੀ ਸੀ, ਜਦੋਂ ਲੋਕ ਛਿਪ ਕੇ ਕੰਮ ਕਰਦੇ ਸੀ, ਜਦੋਂ ਭੇਸ ਬਦਲ ਕੇ ਕੰਮ ਕਰਦੇ ਸੀ। ਸੋ ਜੇ ਤੁਸੀਂ ਏਦਾਂ ਦੁਕਾਨਾਂ ਖੋਲ੍ਹਣੀਆਂ, ਕੋਈ ਮੱਸਿਆ, ਇੱਕ ਮਿੰਟ ਮੈਨੂੰ ਕਲੀਅਰ ਕਰ ਲੈਣਾ ਜੀ, ਫਿਰ ਕੀ ਹੋ ਜਾਊਗਾ? ਜੇ 2-4 ਮਾਰ ਜਾਣਗੇ, ਕਿਹੜਾ ਮੱਸਿਆ ਲੱਗਣੋਂ ਹਟ ਜਾਊਗੀ? ਤੇ ਫਿਰ ਜੀ ਜਨਾਬ, ਜਿੱਦੇ 2-4 ਫੜ ਲਏ
ਤੇ ਆਪ ਕਿਉਂ ਨਹੀਂ ਫਿਰ ਨਾਲ ਆਏ, ਫਿਰ ਮਸਾ ਲੱਗਣੋਂ ਹਟ ਗਈ? ਕਿਉਂ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਭੜਕਾਈ ਜਾਂਦੇ ਹੋ? ਤੁਸੀਂ ਇਹ ਸਰੈਂਡਰ ਹੋਏ ਸੀ ਜਾਂ ਗ੍ਰਿਫਤਾਰੀ ਹੋਈ ਮੈਂ ਸੀ? ਦੱਸਦਾ, ਬਹੁਤ ਮੈਂ ਸਾਰੀਆਂ ਦੱਸਦਾ। ਅਸੀਂ ਉਹਨਾਂ ਨੇ ਜਿੰਨੇ ਵੀ ਉਹਨਾਂ ਨਾਲ ਰਿਲੇਟਡ ਸੀ ਥਾਣੇ ਬੁਲਾਏ, ਕਿਸੇ ਤੇ ਅਸੀਂ ਝੂਠਾ ਪਰਚਾ ਨਹੀਂ ਪਾਇਆ। 400 ਦੇ ਲਗਭਗ ਬੰਦੇ ਛੱਡੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਜੀ, ਉਹਨਾਂ ਨਾਲ ਜਾਂਦੇ ਸੀ ਜਿਹੜੇ, ਪੰਚਾਇਤ ਨੂੰ ਬੁਲਾ ਕੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਕਿਹਾ, ਉਹਨਾਂ ਨੂੰ ਵੀ ਕਿਹਾ ਵੀ ਨੌਜਵਾਨਾਂ ਨੂੰ ਵੀ ਯਾਰ ਤੁਸੀਂ ਗਲਤ ਰਸਤੇ ਨਾ ਪਾਓ, ਤੁਸੀਂ ਆਹ ਕਿੱਧਰ ਨੂੰ ਤੁਰ ਪਏ ਸੀਗੇ? ਉਹ ਸਾਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੋ ਗਿਆ, ਸਾਨੂੰ ਤਾਂ ਐਂ ਲੈ ਗਏ ਜੀ ਨਾਲ, ਉਹਨਾਂ ਨੂੰ ਅਸੀਂ ਛੱਡਤਾ। ਫਿਰ ਤੁਸੀਂ ਕਹਿੰਦੇ ਹੋ ਜਦੋਂ ਸਾਨੂੰ ਇਨਪੁਟ ਆਈ ਪੁਲਿਸ ਨੂੰ ਕਿ ਅੱਜ ਇਹ ਉੱਥੇ ਆ ਸਕਦੇ ਰੋਡੇ ਪਿੰਡ, ਮੈਂ ਪੁਲਿਸ ਨੂੰ ਕਿਹਾ ਵੀ ਜੇ ਤੁਸੀਂ ਪਹਿਲਾਂ ਹੀ ਚਲੇ ਜਾਓਗੇ, ਤੁਸੀਂ ਪਹਿਲਾਂ ਹੀ ਰੋਡੇ ਪਿੰਡ ਨੂੰ ਪੁਲਿਸ ਦੀਆਂ ਗੱਡੀਆਂ ਨਾਲ ਭਰਤਾ, ਉਹ ਨਹੀਂ ਆਉਣਾ, ਤੁਸੀਂ ਨਾ ਜਾਓ, ਸਿਵਲ 'ਚ ਰਹਿ ਲਓ, ਸਿਵਲ 'ਚ ਹੀ ਰਹੋ, ਨਾਲੇ ਪਿੰਡ ਵਾਲਿਆਂ ਨੂੰ ਐਵੇਂ ਭੈ ਭੀਤ ਨਹੀਂ ਕਰਨਾ। 3:30 ਵਜੇ ਪੌਣੇ 4 ਵਜੇ ਪਤਾ ਲੱਗਿਆ ਜੀ ਆ ਗਏ ਉਹ ਗੁਰਦੁਆਰਾ ਸਾਹਿਬ 'ਚ ਬੈਠੇ। ਮੈਂ ਪੁਲਿਸ ਨੂੰ ਕਿਹਾ ਗੁਰਦੁਆਰਾ ਸਾਹਿਬ 'ਚ ਨਹੀਂ ਜਾਣਾ, ਗੁਰਦੁਆਰਾ ਸਾਹਿਬ ਦੀ ਮਾਨ ਮਰਿਆਦਾ। ਤੁਹਾਡੇ ਨਾਲ ਗੱਲ ਹੋ ਰਹੀ ਸੀ ਪੁਲਿਸ ਦੀ ਉਸ ਵੇਲੇ? ਪੂਰੀ ਰਾਤ ਹੋਈ ਹੈ ਜੀ। ਜਦੋਂ ਆਏ ਮੈਨੂੰ ਉਹਨਾਂ ਦੱਸਿਆ ਵੀ ਉਹ ਅੰਦਰ ਪਹੁੰਚ ਗਏ। ਮੈਂ ਕਿਹਾ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਰਹਿਣਾ, ਅੰਦਰ ਨਹੀਂ ਜਾਣਾ, ਗੋਲੀ ਨਹੀਂ ਚਲਾਉਣੀ ਕੋਈ। ਇਸ ਤੋਂ ਪਹਿਲਾਂ ਅਜਨਾਲੇ ਵੀ ਇਹੀ ਹੋਇਆ ਸੀ। ਜਦੋਂ ਮੈਨੂੰ ਪਤਾ ਲੱਗਿਆ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਸਵਾਰੀ ਹੈ, ਮੈਂ ਕਿਹਾ ਵੀ ਪਾਲਕੀ ਸਾਹਿਬ ਤੇ ਛਿੱਟਾ ਨਹੀਂ ਵੱਜਣਾ ਚਾਹੀਦਾ। ਸਾਡੇ ਜ਼ਖਮੀ ਹੋ ਗਏ ਪੁਲਿਸ ਵਾਲੇ। मीडिया ने कहा पुलिस पर थाने पर कब्जा कर लिया, क्या कर रही है पंजाब पुलिस। जो पता लग गया उदों उसे पंजाब पुलिस की तारीफ कर रहे थे, यार हाँ घट्टो घट्ट यार उन्होंने बेअदबी नहीं होने दी। मैं क्या उन्होंने मैसेज भेज दो कि बाहर आ जाओ, हुण थां है नहीं कोई भज्जण। बाहर आए 1 किलोमीटर के नेड़े तेड़े, उन्होंने उतों गड्डी 'च बिठा लिया। हुण इहनूं तुसीं सरैंडर कह लो, इहनूं गिरफ्तारी कह लो, क्योंकि जो उन्हां वल्लों वीडियो जारी हुई नहीं, ਇਹਦੇ ਕੋਈ ਫਰਕ ਪਿਆ ਇਹਨਾਂ ਨੂੰ ਜੇ ਸਰੈਂਡਰ ਤੇ ਗ੍ਰਿਫਤਾਰੀ 'ਚ। ਫੋਰਸ ਟੂ ਸਰੈਂਡਰ ਇਜ਼ ਆਲਸੋ ਅਰੈਸਟ। ਕਿਸੇ ਨੂੰ ਸਰੈਂਡਰ ਕਰਨ ਲਈ ਫੋਰਸ ਕਰਨਾ ਉਹ ਵੀ ਗ੍ਰਿਫਤਾਰੀ ਹੁੰਦੀ ਹੈ। ਪਰ ਇਹ ਹੈ ਪੰਜਾਬ ਦੇ ਵਿੱਚ ਲੋਕ ਇਸ ਗੱਲੋਂ ਖੁਸ਼ੀ ਨੇ। ਮੈਨੂੰ ਪੂਰੇ ਦੁਨੀਆ 'ਚੋਂ ਫੋਨ ਆਏ ਨੇ, ਲੋਕਾਂ ਦੇ, ਪੰਜਾਬ ਦੇ ਲੋਕਾਂ ਦੇ ਫੋਨ ਆਏ ਨੇ ਕਿ ਧੰਨਵਾਦ ਜੀ, ਨਾ ਕੋਈ ਗੋਲੀ ਚੱਲੀ ਹੈ, ਨਾ ਕੋਈ ਪੱਥਰ ਚੱਲਿਆ, ਨਾ ਕਰਫਿਊ ਲਾਇਆ, ਨਾ ਕੋਈ ਰੋੜਾ ਚੱਲਿਆ, ਨਾ ਖੂਨ ਦਾ ਤੋਕਾ ਪਿਆ, ਠੀਕ ਹੋ ਗਿਆ ਜੀ, ਨਹੀਂ ਤਾਂ ਅੱਜ ਤਾਂ ਡਰ ਗਏ ਸੀ। ਪਰ ਮਾਨ ਸਾਹਿਬ ਇਸ ਪੂਰੇ ਐਪੀਸੋਡ ਨੂੰ ਲੈ ਕੇ ਇੱਕ ਵਰਗ ਐਸਾ ਵੀ ਹੈ, ਸੋਸ਼ਲ ਮੀਡੀਆ ਤੇ ਹੈ ਜਾਂ ਕਿਤੇ ਵੀ ਹੈ, ਤੁਸੀਂ ਵੀ ਸੋਸ਼ਲ ਮੀਡੀਆ ਪੜ੍ਹਦੇ ਹੋਵੋਗੇ, ਜਿਹੜਾ ਤੁਹਾਡੇ ਤੇ ਐਂਟੀ ਸਿੱਖ ਹੋਣ ਦੇ ਇਲਜ਼ਾਮ ਲਾਉਂਦਾ ਇਸ ਐਪੀਸੋਡ ਨੂੰ ਲੈ ਕੇ। ਸਰ ਇਹਦੇ 'ਚ ਤੁਸੀਂ ਪਤਾ ਕੀ ਹੈ, ਇਹ ਐਂਟੀ ਸਿੱਖ ਕੀ ਹੋ ਗਿਆ ਜੀ? ਮੈਨੂੰ ਅਸੀਂ ਤਾਂ 2 ਟਾਈਮ ਅਰਦਾਸ ਕਰਨ ਵਾਲੇ ਬੰਦੇ ਆ ਜੀ। ਐਂਟੀ ਸਿੱਖ ਕੀ ਮੈਂ ਕਰਤਾ ਜੀ? ਹੁਣ ਤੱਕ ਜਿਹੜਾ ਇਹਨਾਂ ਨੇ ਪੰਥ ਦੇ ਜਿਹੜੇ ਕਹਾਉਂਦੇ ਸੀ ਆਪਣੇ ਆਪ ਨੂੰ ਪੰਥ ਦੇ ਵਾਰਸ, ਉਹਨਾਂ ਨੇ ਕੀ ਕੀਤਾ ਸੀਗਾ ਜੀ? ਮੈਂ 1 ਸਾਲ ਦੇ ਵਿੱਚ ਆਏ ਜਿੰਨੀਆਂ ਗੱਡੀਆਂ ਪਾਲਕੀ ਸਾਹਿਬ ਵਾਲੀਆਂ, ਜਦ ਕਿਸੇ ਹੋਰ ਧਰਮ ਦੀ ਹੋਲੀ ਬੁੱਕ, ਬਾਈਬਲ, ਚਾਹੇ ਕੁਰਾਨ ਸ਼ਰੀਫ, ਚਾਹੇ ਭਗਵਦ ਗੀਤਾ, ਉਹਨੂੰ ਗੱਡੀਆਂ ਜਿਹੜੀਆਂ ਲੈ ਕੇ ਜਾਂਦੀਆਂ ਨੇ, ਵਾਹਨ ਜਿਹੜੇ, ਉਹਨਾਂ ਸਾਰਿਆਂ ਤੇ ਮੈਂ ਟੈਕਸ ਮਾਫ ਕਰਤਾ ਜੀ ਆਉਣ ਸਾਰ। ਇਹਨਾਂ ਤੋਂ ਹਜੇ ਤੱਕ ਨਹੀਂ ਹੋਇਆ ਸੀਗਾ ਜੀ। ਆਨੰਦ ਮੈਰਿਜ ਐਕਟ ਅਸੀਂ ਲੈ ਕੇ ਆ ਰਹੇ ਹਾਂ, ਉਹ 'ਚ ਅਮੈਂਡਮੈਂਟ ਕਰਕੇ ਅਸੀਂ ਲਾਗੂ ਕਰਾਂਗੇ ਜੀ। ਇਹਨਾਂ ਤੋਂ 40 ਸਾਲ ਨਹੀਂ ਹੋਇਆ ਜੀ। ਠੀਕ ਹੈ ਜੀ। ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੀ 18 ਸੜਕਾਂ ਜਾਂਦੀਆਂ ਨੇ, ਜੋ ਸਭਾ ਹੁੰਦੀ ਹੈ ਉੱਥੇ ਤਾਂ ਟਰਾਲੀਆਂ ਦਾ ਜਾਮ ਲੱਗਦਾ। 18 ਦੀਆਂ 18 ਫੁੱਟੀਆਂ ਕਰ ਦੇਣੀਆਂ ਨੇ ਜੀ, ਬਹੁਤ ਸਾਰੀਆਂ ਕਰਤੀਆਂ। ਤਲਵੰਡੀ ਸਾਬੋ 8 ਕਰੋੜ ਰੁਪਏ ਦਾ ਸੀਵਰੇਜ ਪੈਂਦਾ ਸੀ, ਕਿਉਂਕਿ ਦਮਦਮਾ ਸਾਹਿਬ ਦੇ ਓਵਰਫਲੋ ਹੋ ਕੇ ਸੀਵਰੇਜ ਗੁਰਦੁਆਰਾ ਸਾਹਿਬ ਚਲਾ ਜਾਂਦਾ ਸੀ, ਕਦੇ ਕਿਸੇ ਨੇ ਨਹੀਂ ਧਿਆਨ ਦਿੱਤਾ ਸੀ, ਅਸੀਂ ਉਹ ਵੀ ਠੀਕ ਕਰਤਾ ਜੀ। ਹੁਣ ਤੁਸੀਂ ਜਿੱਥੇ ਵੀ ਮੈਂ ਜ਼ਿਆਦਾ ਕਿ ਚਾਹੇ ਕਰਨਾਟਕਾ ਜਾਵਾਂ, ਮੈਂ ਬੋਲੇ ਸੋਨਿਆਲ ਤੋਂ ਸ਼ੁਰੂ ਕਰਦਾ ਜੀ, ਵਾਹਿਗੁਰੂ ਜੀ ਦਾ ਖਾਲਸਾ ਤੇ ਖਤਮ ਕਰਦੇ ਹਾਂ ਜੀ। ਤੇ ਕਾਹਦੇ ਵਾਸਤੇ ਐਂਟੀ ਸਿੱਖ ਜੀ? ਕਿ ਮਤਲਬ ਜੇ ਇਹਨਾਂ ਨੇ ਜਿਹੜਾ ਨੁਕਸਾਨ ਪਹੁੰਚਾਇਆ ਨਾ, ਜਿੰਨਾ ਨੁਕਸਾਨ ਇਹਨਾਂ ਨੇ ਆਪਦੇ ਆਪ ਨੂੰ ਸਿੱਖਾਂ ਦੇ ਵਾਰਸ ਕਹਿ ਕੇ ਪਹੁੰਚਾਇਆ, ਉਹਨਾਂ ਅਬਦਾਲੀ ਨੇ ਨੁਕਸਾਨ ਨਹੀਂ ਕੀਤਾ ਜਿਹੜਾ ਇਹਨਾਂ ਨੇ ਕੀਤਾ। ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਵੀ ਹੈ ਕਿ ਜਦੋਂ ਤੁਸੀਂ ਮੁੱਖ ਮੰਤਰੀ ਹੁੰਦੇ ਹੋ ਤਾਂ ਤੁਹਾਡੀਆਂ ਸਟੇਟਮੈਂਟਸ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਐਸਜੀਪੀਸੀ ਪ੍ਰਧਾਨ ਬਾਰੇ ਤੁਹਾਡੀਆਂ ਸਟੇਟਮੈਂਟਸ ਹੋਣ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਬਾਰੇ ਸਟੇਟਮੈਂਟਸ ਹੋਣ, ਉਹਨਾਂ ਨੂੰ ਵੀ ਇੱਕ ਵਰਗ ਵੱਲੋਂ ਇਸ ਦੇ ਨਾਲ ਜੋੜਿਆ ਗਿਆ। ਦੇਖੋ, ਐਸਜੀਪੀਸੀ ਦੇ ਪ੍ਰਧਾਨ ਦਾ ਕੰਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਰਨੇ, ਨਾ ਕਿ ਤੱਕੜੀ ਵਾਸਤੇ ਵੋਟਾਂ ਮੰਗਣੀਆਂ। ਜਾਂ ਤਾਂ ਫਿਰ ਉਹ ਆਪਣੇ ਆਪ ਨਾਲ ਲਿਖਾ ਲੇ ਕਿ ਐਸਜੀਪੀਸੀ ਪ੍ਰਧਾਨ, ਬ੍ਰੈਕਟ 'ਚ ਲਿਖੋ ਸਟਾਰ ਪ੍ਰਚਾਰਕ ਅਕਾਲੀ ਦਲ। ਕੀ ਸਾਰੇ ਸਿੱਖ ਜਿਹੜੇ ਨੇ ਉਹ ਅਕਾਲੀ ਦਲ 'ਚ ਨੇ? ਕਾਂਗਰਸ 'ਚ ਵੀ ਬਹੁਤ ਸਾਰੇ ਸਿੱਖ ਨੇ, ਆਮ ਆਦਮੀ ਪਾਰਟੀ 'ਚ ਬਹੁਤ ਸਾਰੇ ਸਿੱਖ ਨੇ, ਬੀਜੇਪੀ 'ਚ ਬਹੁਤ ਸਾਰੇ ਸਿੱਖ ਨੇ। ਕਹਿੰਦੇ ਮੈਂ ਪਾਰਟੀ ਦਾ ਮੈਂਬਰ ਵੀ ਹਾਂ। ਹੈ ਜੀ, ਪਾਰਟੀ ਦਾ ਮੈਂਬਰ ਵੀ ਹਾਂ। ਤੇ ਫਿਰ ਉਧਰ ਮੈਂਬਰ ਬਣ ਕੇ ਆਓ ਨਾ, ਤੁਸੀਂ ਮੈਂਬਰ ਬਣ ਕੇ ਆਓ ਨਾ। ਐਸਜੀਪੀਸੀ ਦੇ ਪ੍ਰਧਾਨ ਦੀ ਗੱਡੀ 'ਚ ਕਿਉਂ ਆਉਂਦੇ ਹੋ? ਤੇ ਨਾਲ ਗਨਮੈਨ ਲਏ ਹੋਏ ਨੇ, ਉਹ ਜਿਹੜੇ ਨੇ ਉਹ ਮੈਂਬਰ ਦੇ ਤੌਰ ਤੇ ਥੋੜੀ ਮਿਲੇ ਨੇ। ਕੀ ਉਹਦਾ ਉਹਨਾਂ ਦਾ ਅਕਾਲੀ ਦਲ 'ਚ
ਮੈਂਬਰ ਨੇ ਤੇ ਪਰ ਕਹਿੰਦੇ ਨੇ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ। ਐਂ ਕਿਉਂ ਨਹੀਂ ਕਹਿੰਦੇ? ਹੁਣ ਇੱਕ ਹਰਜਿੰਦਰ ਸਿੰਘ ਧਾਮੀ ਨਾਂ ਦੇ ਕਾਰਕੁਨ ਨੇ, ਵਲੰਟੀਅਰ ਨੇ, ਉਹ ਸਭ ਸੰਬੋਧਨ ਕਰਨਗੇ। ਹੈ ਜੀ, ਇਹ ਮਿਸਯੂਜ਼ ਹੋ ਰਿਹਾ ਜੀ ਧਰਮ ਦਾ। ਨੰਬਰ 2, ਅਕਾਲ ਤਖਤ ਸਾਹਿਬ, ਮੈਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ, ਸਿਰ ਚੁੱਕਦਾ, ਬਹੁਤ ਵੱਡਾ ਰੁਤਬਾ ਅਕਾਲ ਤਖਤ ਸਾਹਿਬ ਦਾ। ਸਾਡੇ ਲਈ ਤਾਂ ਫਰਮਾਨ ਆਉਂਦਾ ਉੱਥੋਂ, ਜੋ ਸਾਨੂੰ ਖਿੜੇ ਮੱਥੇ ਫਰਮਾਨ ਹੈ। ਪਰ ਜਿਹੜੇ ਉੱਥੇ ਬਿਠਾਏ ਹੋਏ ਨੇ ਉਹਨਾਂ ਬਾਰੇ ਤਾਂ ਹੁਣ ਪਹਿਲਾਂ ਵੀ ਹੁੰਦਾ ਰਿਹਾ ਕਿ ਐਂ ਜੇਬ ਚੋਂ ਪਰਚੀ ਨਿਕਲਦੀ ਸੀ, ਹੁਣ ਤੂੰ ਹੈ ਫਲਾਣੇ ਨੂੰ ਮਾਫ ਕਰ ਦੇ, ਫਲਾਣੇ ਦੀ ਮਾਫੀ ਕੈਂਸਲ ਕਰ ਦੇ। ਠੀਕ ਹੈ ਜੀ। ਫਿਰ ਮੈਂ ਇਹੀ ਕਿਹਾ ਸੀਗਾ ਜੈਦਾ ਸਾਹਿਬ ਨੂੰ ਕਿ ਜੀ ਤੁਸੀਂ ਫੈਸਲੇ ਕਰੋ ਧਰਮ ਨਾਲ ਸੰਬੰਧਿਤ, ਤੁਸੀਂ ਕਿਸੇ ਪਰਿਵਾਰ ਨਾਲ ਸੰਬੰਧਿਤ ਫੈਸਲੇ ਨਾ ਕਰੋ। ਮੈਂ ਚਾਹੁੰਦਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲਵੇ, ਪਰ ਇਹਨਾਂ ਨੇ ਕੀ ਕਰਤਾ? ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲਾਤੀ। ਐਂ ਕਰਦੇ, ਹੁਣ ਤੂੰ ਐਂ ਕਰਦੇ, ਹੁਣ ਤੂੰ ਐਂ ਬੋਲਦੇ। ਮੈਨੂੰ ਇਹ ਦੱਸੋ, ਅੱਜ ਮੈਂ ਸਵਾਲ ਖੜਾ ਕਰਦਾ, ਅੱਜ ਮੈਂ ਨਿਊਜ਼ 18 ਰਾਹੀਂ ਜੀ, ਜਦੋਂ ਅਜਨਾਲੇ ਵਾਲੀ ਘਟਨਾ ਹੋਈ, ਚਾਰੇ ਪਾਸੇ ਉਹਦੀ ਨਿੰਦਿਆ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਤੁਸੀਂ ਕਿਉਂ ਲੈ ਕੇ ਗਏ ਥਾਣੇ 'ਚ? ਉੱਥੇ ਅਸੀਂ ਆਪਣੇ ਗੁਰੂ ਸਾਹਿਬ ਦੀ ਸਵਾਰੀ ਨੂੰ ਜਦੋਂ ਘਰੇ ਲੈ ਕੇ ਜਾਂਦੇ ਹਾਂ ਤਾਂ ਪਰਫਿਊਮ ਛਿੜਕਦੇ ਆ ਰਸਤੇ 'ਚ, ਉੱਥੇ ਧੂੜਾਂ ਦੇ ਵਿੱਚ ਲਈ ਫਿਰਦੇ ਸੀ ਉਹ। ਉੱਥੇ ਥਾਣੇ 'ਚ ਕਿਤੇ ਸ਼ਰਾਬਾਂ ਦੇ ਵੀ ਇਲੀਗਲ ਫੜੀਆਂ ਹੁੰਦੀਆਂ ਨੇ, ਕੀ ਹੁੰਦਾ ਉੱਥੇ ਲਈ ਫਿਰਦੇ ਸੀਗੇ। ਤਾਂ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਕਿ ਇਹੋ ਜਿਹੀ ਜਗ੍ਹਾ ਤੇ ਜਾਣਾ ਚਾਹੀਦਾ, ਲੈ ਕੇ ਜਾਣਾ ਚਾਹੀਦਾ, ਹੜਤਾਲਾਂ 'ਚ, ਧਰਨਿਆਂ 'ਚ, ਰੋਸ 'ਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਣਾ ਚਾਹੀਦਾ, ਉਹਨਾਂ ਸਰੂਪ ਨੂੰ। ਕਮੇਟੀ ਬਣਾਤੀ। ਰਿਪੋਰਟ ਕਿੱਧਰ ਗਈ? ਕਿੱਥੇ ਗਈ ਕਮੇਟੀ ਨੇ? ਰਿਪੋਰਟ ਉਹਨਾਂ ਨੂੰ ਦਿੱਤੀ ਸੀ। ਹਾਂਜੀ, ਫਿਰ ਬਸ ਉਹਨਾਂ ਕੋਲ ਹੀ ਹੈ। ਫਿਰ ਕੀ ਕਰਦੀ ਹੈ ਜੀ ਰਿਪੋਰਟ ਉਹ? ਨਹੀਂ, ਤੁਸੀਂ ਇਹ ਡਿਮਾਂਡ ਕਰ ਰਹੇ ਹੋ ਵੀ ਉਹਨੂੰ ਜਾਰੀ ਕਰਨ ਤੁਰੰਤ? ਨਹੀਂ, ਜਾਰੀ ਨਹੀਂ ਕਰ ਸਕਦੇ। ਉਹਦੇ 'ਚ ਇਹ ਕਹਾ ਲਿਆ ਉਹਨਾਂ ਨੇ, ਇਹਨਾਂ ਦੇ ਆਕਾਵਾਂ ਨੇ, ਕਿ ਜੇ ਗੁਰੂ ਗ੍ਰੰਥ ਸਾਹਿਬ ਵੀ ਆਪਾਂ ਲੈ ਜਾਣੋਂ ਹਟ ਕੇ ਆਪਾਂ 4 ਸਾਲ ਕਿਵੇਂ ਕੱਟਾਂਗੇ? ਆਪਾਂ ਤਾਂ ਇਹਦੇ ਸਾਸਰੇ ਤੇ ਚੱਲਦੇ ਆਂ। ਉਹ ਵਰਤਣਾ ਚਾਹੁੰਦੇ ਹਨ, ਉਹ ਇਸਤੇਮਾਲ। ਨਹੀਂ, ਤੁਹਾਡੇ ਕੋਲ ਜਾਣਕਾਰੀ ਹੈ? ਮੈਂ ਕਹਿੰਦਾ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅੱਜ ਜਾਰੀ ਕਰਦੇ ਨੇ, ਕਾਹਦੇ ਵਾਸਤੇ? ਉਹਨਾਂ ਨੂੰ ਕਮੇਟੀਆਂ ਕਿਉਂ ਬਣਾਉਣੀਆਂ ਪੈ ਰਹੀਆਂ ਨੇ? ਉਹ ਸੁਪਰੀਮੋ ਨੇ, ਉਹ ਕਹਿਣ ਕਿ ਹਾਂਜੀ ਕਿਸੇ ਵੀ ਧਰਨੇ ਤੇ, ਹੜਤਾਲ ਤੇ, ਕੋਈ ਰੋਸ ਮੁਜ਼ਾਹਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਹੀਂ ਲੈ ਕੇ ਜਾ ਸਕਦੇ। ਹਾਂ, ਉਹਦਾ ਓਟ ਆਸਰਾ ਲੈ ਕੇ ਚਲੇ ਜਾਓ, ਕਿਸੇ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਅਰਦਾਸ ਕਰ ਲਓ ਕਿ ਜਿਸ ਕੰਮ ਲਈ ਅਸੀਂ ਚੱਲੇ ਹਾਂ ਪ੍ਰਮਾਤਮਾ ਸਾਨੂੰ ਸਮਤ ਬਖਸ਼ੇ, ਬਲ ਬਖਸ਼ੇ, ਪਰ ਨਾਲ ਨਾ ਲੈ ਕੇ ਜਾਓ। ਕਿਉਂ ਨਹੀਂ ਕਰਦੇ ਉਹ? ਦੂਸਰਾ, ਉਹ ਕਮੇਟੀ ਨੇ ਛੱਡਤਾ। ਮੈਨੂੰ ਇਹ ਦੱਸੋ, ਉਹ ਕਮੇਟੀ ਦਾ ਜਿਹੜਾ ਉਹ ਹੈ ਪ੍ਰਧਾਨ, ਜਿਹੜਾ ਕਮੇਟੀ ਦਾ ਪ੍ਰਧਾਨ, ਉਹ ਕੌਣ ਹੈ? ਕੌਣ ਹੈ? ਬਹੁਤ ਸਾਰੇ ਮੈਂਬਰ ਨੇ ਉਹਦੇ ਵਿੱਚ। ਨਹੀਂ, ਇੱਕੋ ਹੀ ਹੈ। ਉਸੇ ਨੇ ਫੜਾਇਆ, ਬਾਕੀ ਨੇ ਸਾਈਨ ਨਹੀਂ ਕੀਤੇ। ਕਰਨੈਲ ਸਿੰਘ ਪੀਰ ਮੁਹੰਮਦ ਕੌਣ ਹੈ? ਕੋਆਰਡੀਨੇਟਰ ਹੈ। ਕੋਆਰਡੀਨੇਟਰ ਸਿੰਘ ਕੌਣ ਹੈ? ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ। ਦੇਖੋ ਨਾ, ਦੇਖੋ ਮੈਂ ਕਹੀ ਜਾਂਦਾ ਤੁਹਾਨੂੰ, ਦੇਖੋ ਤੁਸੀਂ। ਨਹੀਂ, ਪਰ ਉਹਨਾਂ ਨੇ ਤਾਂ ਚਿੱਠੀ ਜੋ ਕਮੇਟੀ ਦੇ ਮੈਂਬਰਾਂ ਦਾ ਫੈਸਲਾ ਸੀ, ਉਹ ਅਕਾਲ ਤਖਤ ਸਾਹਿਬ ਨਾ ਜੀ, ਉਹਨੂੰ ਫੈਸਲਾ ਕਰਵਾ ਲਿਆ ਕਿ ਨਹੀਂ ਕਰਨਾ, ਇਹ ਲੈ ਜਾਣ ਦੋ। ਨਹੀਂ, ਤੁਹਾਡੇ ਕੋਲੇ ਪੂਰੀ, ਮੈਂ ਤੁਹਾਨੂੰ ਦੱਸਦਾ ਨਹੀਂ ਕਰਨਾ ਕਹਿਤਾ, ਨਹੀਂ ਤਾਂ ਜਥੇਦਾਰ ਸਾਹਿਬ ਹੁਣ ਨੂੰ ਕਰ ਦਿੰਦੇ। ਇੱਕ ਬੰਦੇ ਨੇ ਸਾਈਨ ਕੀਤੇ ਨੇ, 4 ਨੇ ਕੀਤੇ ਨਹੀਂ। ਸੀਐਮ ਸਾਹਿਬ, ਕਿਉਂਕਿ ਫਿਰ ਇਹ ਹੁਣ ਇਹਦਾ ਮੈਂ ਕੀ ਮੰਨਣਾ ਜੀ? ਫਿਰ ਹੁਣ ਇਹ ਇਸਤੇਮਾਲ ਕਰਦੇ ਨੇ, ਇਸਤੇਮਾਲ। ਦੇਖੋ, ਇਹ ਜਿਹੜੇ ਧਰਮ ਦੇ ਨਾਂ ਤੇ ਠੇਕੇਦਾਰ ਬਣੇ ਆ ਨਾ, ਇਹ ਛਿਪਕਲੀਆਂ ਵਰਗੇ ਨੇ, ਆਪਣੇ ਕੋੜ ਕਿੱਲੀ ਕਹਿ ਦਿੰਦੇ ਆ, ਛਿਪਕਲੀਆਂ ਵਰਗੇ। ਉਹ ਨਾ ਸਾਰੀ ਰਾਤ ਕੀੜੇ ਮਕੌੜੇ, ਤੱਤ ਮਕੌੜੇ ਖਾਈ ਜਾਂਦੀ ਰਹਿੰਦੀ ਹੈ, ਮੱਛਰ। ਜਦੋਂ ਦਿਨ ਚੜ੍ਹਦਾ ਗੁਰੂ ਸਾਹਿਬ ਦੀ ਫੋਟੋ ਤੇ ਓਲੇ ਹੋ ਜਾਂਦੀ ਹੈ, ਆਪਾਂ ਸਾਰਾ ਦਿਨ ਗੁਰੂ ਸਾਹਿਬ ਨੂੰ ਮੱਥਾ ਟੇਕੀ ਜਾਂਦੇ ਹਾਂ, ਪਿਛਲੇ ਪਾਸੇ ਛਿਪਕਲੀਆਂ ਹੁੰਦੀਆਂ ਨੇ ਜਿਹੜੀਆਂ ਧਰਮ ਦੇ ਨਾਂ ਤੇ ਸਾਨੂੰ ਇਸਤੇਮਾਲ ਕਰਦੇ। ਸੀਐਮ, ਸਮਾਂ ਬਹੁਤ ਘੱਟ ਹੈ, ਅਖੀਰਲੇ 1-2 ਸਵਾਲ ਨੇ। ਡਰੱਗਸ ਨੂੰ ਲੈ ਕੇ ਰਿਪੋਰਟ ਜਨਤਕ ਹੋਏਗੀ, ਨਹੀਂ ਹੋਏਗੀ? ਦੂਸਰਾ, ਡਰੱਗਸ ਨੂੰ ਲੈ ਕੇ ਕਹਿੰਦੇ ਕਿ ਉਸ ਤਰੀਕੇ ਦਾ ਐਕਸ਼ਨ ਨਜ਼ਰ ਨਹੀਂ ਆਇਆ ਜਿਸ ਤਰੀਕੇ ਦੇ ਦਾਅਵੇ ਕੀਤੇ ਜਾਂਦੇ ਸੀ। ਅਜੇ ਵੀ ਨਸ਼ਾ ਜਿਹੜਾ ਵਿਕ ਰਿਹਾ, ਜਿਹੜਾ ਡਰੱਗ ਦਾ ਨਾ, ਜੋ ਲੋਕਾਂ ਦੇ ਦਿਮਾਗ 'ਚ ਹੋਊਗਾ ਨਾ, ਸ਼ਾਇਦ ਡਰੱਗ ਦਾ ਐਕਸ਼ਨ ਇਹ ਹੋਣਾ ਚਾਹੀਦਾ ਵੀ ਇੱਕਦਮ ਸਾਰੇ ਛਾਪੇ ਮਾਰ ਕੇ ਜਿੰਨੀ ਵੀ ਹੈਰੋਇਨ ਜਾਂ ਸਮੈਕ ਪਈ ਉਹ ਫੜ ਲਓ। ਇਸ ਤਰ੍ਹਾਂ ਦਾ ਮਾਈਂਡ 'ਚ ਬਣਿਆ ਹੋਇਆ, ਪਰ ਨਹੀਂ, ਇਹ 3-4 ਲੇਅਰਾਂ ਦੇ ਵਿੱਚ ਕੰਮ ਕਰਨਾ ਪਊਗਾ। ਸਭ ਤੋਂ ਪਹਿਲਾਂ ਤਾਂ ਇਹ ਕਿ ਜੇ ਤੁਸੀਂ ਇੱਕਦਮ ਸਪਲਾਈ ਕੱਟੋਗੇ, ਲੱਖਾਂ ਇਹੋ ਜਿਹੇ ਮੁੰਡੇ ਨੇ ਜਿਹੜੇ ਨੂੰ ਕੰਬਣਗੇ, ਤੜਫਣਗੇ ਜਦੋਂ ਉਹਨਾਂ ਨੂੰ ਨਾ ਮਿਲਿਆ ਉਹਨਾਂ ਦਾ ਨਸ਼ਾ, ਜਿਹੜੇ ਤੇ ਲੱਗ ਚੁੱਕੇ ਨੇ ਉਹ ਅਨਫੋਰਚੂਨੇਟਲੀ, ਤੇ ਉਹਨਾਂ ਨੂੰ ਵਿਦਰੋਲ ਸਿੰਪਟਮਸ ਆਉਣਗੇ। ਉਹਨਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਉਹਨੂੰ ਸੰਭਾਲੋਗੇ ਕਿੱਥੇ? ਅਸੀਂ ਬਹੁਤ ਸਾਰੇ ਰੀਹੈਬ ਸੈਂਟਰ ਬਣਾ ਲਏ, ਤਿਆਰ ਹਾਂ ਅਸੀਂ ਇਸ ਗੱਲ ਲਈ। ਦੂਜਾ, ਜਦੋਂ ਸਪਲਾਈ ਕੱਟੋਗੇ ਉਹ ਤੋਂ ਬਾਅਦ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਪਊਗੀ, ਉਹਨਾਂ ਨੂੰ
ਸਾਈਕਾਇਟ੍ਰਿਸਟ ਲੈਣੇ ਪੈਣਗੇ ਉਹਨਾਂ ਨੂੰ ਵੀ ਕਿ ਕੋਈ ਗੱਲ ਨਹੀਂ, ਤੁਸੀਂ ਬੁਰੀ ਸੰਗਤ 'ਚ ਪੈ ਗਏ ਸੀ, ਵਾਪਸ ਆ ਜਾਓ, ਜ਼ਿੰਦਗੀ ਬਹੁਤ ਪਈ ਹੈ। ਕੋਈ ਰੋਡ ਮੈਪ ਤਿਆਰ ਹੈ ਹਾਂਜੀ, ਕਿ ਇਹ ਕਿਵੇਂ ਬਿਲਕੁਲ ਤਿਆਰ ਹੋਏਗਾ, ਹੈ। ਕਿੰਨਾ ਸਮਾਂ ਲੱਗੇਗਾ? ਬਿਲਕੁਲ ਤਿਆਰ ਪਿਆ ਜੀ। ਕੋਈ ਲਿਸਟ ਤਿਆਰ ਕੀਤੀ ਜਾਏਗੀ, ਕਿਵੇਂ ਹੋਏਗਾ? ਮੈਂ ਬਿਲਕੁਲ ਤਿਆਰ ਪਿਆ ਜੀ। ਨੰਬਰ 3 ਤੇ ਨਵਿਆਂ ਨੂੰ ਉਹਨਾਂ ਦੇ ਕਸਟਮਰ ਬਣਾਉਣ ਤੋਂ ਰੋਕੋ। ਉਹ ਕਿਵੇਂ ਰੋਕ ਸਕਦੇ ਹੋ? ਉਹਨਾਂ ਨੂੰ ਖੇਡਾਂ ਤੇ ਲਾਓ, ਉਹਨਾਂ ਨੂੰ ਰੋਜ਼ਗਾਰ ਦਿਓ, ਉਹਨਾਂ ਨੂੰ ਜਿਹੜੇ ਨੇ ਭਰਤੀਆਂ ਕਰੋ। ਜਿਵੇਂ ਪੰਜਾਬ ਪੁਲਿਸ 'ਚ ਹਰ ਸਾਲ 2100 ਤੋਂ 2200 ਭਰਤੀ ਹੁੰਦੀ ਹੈ, ਹੁੰਦੀ ਪਹਿਲਾਂ ਵੀ ਸੀ, ਪਰ 2 ਮਹੀਨੇ ਪਹਿਲਾਂ ਦੱਸਦੇ ਸੀ ਕਿ ਅਕਤੂਬਰ 'ਚ ਭਰਤੀ ਹੋਊ। ਉਹ ਨੌਜਵਾਨ ਮੁੰਡੇ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ, ਥੋੜਾ ਤਿਆਰੀ ਕਰ ਲੈਂਦੇ ਫਿਜ਼ੀਕਲ ਟੈਸਟ ਦੀ। ਹੁਣ ਅਸੀਂ 4 ਸਾਲ ਦਾ ਪਹਿਲਾਂ ਹੀ ਦੱਸਤਾ ਜੀ, ਕਿਉਂਕਿ ਕਿ ਜਨਵਰੀ 'ਚ ਨੋਟੀਫਿਕੇਸ਼ਨ, ਮਈ ਜੂਨ 'ਚ ਪੇਪਰ, ਜੂਨ ਜੁਲਾਈ 'ਚ ਰਿਜ਼ਲਟ, ਅਕਤੂਬਰ ਦੇ ਵਿੱਚ ਆਪਣਾ ਫਿਜ਼ੀਕਲ ਟੈਸਟ, ਨਵੰਬਰ ਦੇ ਵਿੱਚ ਤੁਹਾਡਾ ਜਿਹੜਾ ਨਿਯੁਕਤੀ ਪੱਤਰ ਮਿਲ ਜੂਗਾ। 2200 ਭਰਤੀ ਹੋਣ ਵਾਸਤੇ 7-8 ਲੱਖ ਬੱਚਾ ਪੰਜਾਬ ਦਾ ਮੁੰਡਾ ਉਹ ਗਰਾਊਂਡਾਂ 'ਚ ਭੱਜ ਰਿਹਾ ਹੈ ਕਿ ਮੈਂ ਪੁਲਿਸ 'ਚ ਭਰਤੀ ਹੋਣਾ। ਸੋ ਉਹਨਾਂ ਨੂੰ ਕੋਈ ਟਾਸਕ ਦੇ ਦਿਓ। ਮੈਂ ਇਹ ਕਹਿਣਾ, ਇੱਥੋਂ ਸਮੈਕ ਫੜੋਗੇ ਉਹ ਇੱਧਰਲੇ ਪਾਸੇ ਦੀ ਲਿਆਊ, ਇੱਧਰੋਂ ਫੜੋਗੇ ਉਹ ਇੱਧਰੋਂ ਲਿਆਊ। ਬਜਾਏ ਇਸ ਦੇ ਉਹਨਾਂ ਦੇ ਕਸਟਮਰ ਖਤਮ ਕਰ ਦਿਓ। ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦੇ ਦਿਓ, ਕੰਮ ਤੇ ਲਾ ਦਿਓ। ਉਹ ਸਮੈਕ ਲੈਣ ਹੀ ਨਾ। ਉਹਨਾਂ ਦੇ ਆਕਾ ਜਦੋਂ ਪੁੱਛਣ ਕਿ ਤੂੰ ਪਹਿਲਾਂ 5 ਕਿਲੋ ਵੇਚਦਾ ਹੁੰਦਾ ਸੀ, ਤੂੰ ਵੇਚਦਾ ਕਿਉਂ ਨਹੀਂ? ਉਹ ਕਹੇ ਜੀ ਮੈਂ ਕੀ ਕਰਾਂ ਜਦੋਂ ਅੱਗਿਓਂ ਕੋਈ ਖਰੀਦਦਾ ਹੀ ਨਹੀਂ। ਮਾਨ ਸਾਹਿਬ, ਰਾਜਸਥਾਨ ਦੀ ਸਰਹੱਦ ਵੀ ਲੱਗਦੀ ਹੈ 2.5 ਗੁਣਾ ਵੱਡੀ ਆਪਣੇ ਨਾਲੋਂ ਪਾਕਿਸਤਾਨ ਨਾਲ। ਉੱਥੇ ਨਹੀਂ ਸਮੈਕ ਆਉਂਦੀ। ਜੰਮੂ ਕਸ਼ਮੀਰ 'ਚ ਤਾਰ ਹੀ ਹੈ ਨਹੀਂ, ਬਹੁਤ ਸਾਰੀ ਜਗ੍ਹਾ ਤੇ ਉੱਥੇ ਦੇ ਮੁੰਡੇ ਨਹੀਂ ਸਮੈਕ ਖਾਂਦੇ। ਸੋ ਇਹ ਇਹਨਾਂ ਨੇ ਲਾਏ ਨੇ, ਲਾ ਕੇ ਕਸਟਮਰ ਬਣਾਏ ਨੇ। ਕਸਟਮਰ ਬਣਾ ਕੇ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਵੀ ਵਾਪਸ ਲੈ ਕੇ ਆਈਏ ਤੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਇੰਨੀ ਚੌਕਸੀ ਰੱਖੀਏ ਕਿ ਕਿਸੇ ਦਾ ਬੱਚਾ ਕੋਈ ਜਿਹੜਾ ਉਹ ਇਸ ਗਲਤ ਰਾਹ ਤੇ ਨਾ। ਕਿਉਂਕਿ ਮੇਰੀ ਇਹ ਰਿਪੋਰਟ ਕਹਿੰਦੀ ਸੀ ਕਿ ਕਾਲਜ ਦੇ ਵਿੱਚ ਮੁੰਡੇ ਜ਼ਿਆਦਾ ਇੱਕ ਦੂਜੇ ਨੂੰ ਨਸ਼ੇ ਚਲਾਉਂਦੇ ਆ। ਉੱਥੇ ਕੋਈ ਚੈਕਿੰਗ ਜਾਂ ਕਿਸ ਤਰੀਕੇ ਨਾਲ? ਦੇਖੋ, ਉੱਥੋਂ ਹੀ ਅਸੀਂ ਇਹੀ ਕਰਦੇ ਹਾਂ। ਕਾਉਂਸਲਿੰਗ ਚੱਲੇ, ਟੀਚਰਸ ਉਹਨਾਂ ਨੂੰ ਪੜ੍ਹਾਉਂਦੇ ਰਹਿਣ, ਹਰ ਵਿਸ਼ੇ ਦੇ ਵਿੱਚ ਇਹ ਕਵੇ ਕਿ ਭਾਈ ਇਹਨਾਂ ਚੀਜ਼ਾਂ ਤੋਂ ਬਚਣਾ ਹੈ। ਮੈਨੂੰ ਪਤਾ, ਛੋਟੇ ਮੈਨੂੰ ਕੋਈ ਬੱਚੇ ਵੀ ਆਇਆ ਸੀ ਕਿ ਮੈਂ ਰੋਣ ਲੱਗ ਗਿਆ, ਉਹ ਹੁਣ ਤਾਂ ਛੱਡ ਗਿਆ। ਉਹ ਮੈਂ ਕਿਹਾ ਬੇਟਾ ਤੂੰ ਇੰਨੀ ਛੋਟੀ ਉਮਰ 'ਚ ਕਿਵੇਂ? ਕਹਿੰਦਾ ਜੀ ਯਾਰੀ ਦੋਸਤੀ ਦੀ ਕਸਮ ਖਵਾਤੀ ਸੀ, ਮਤਲਬ ਦੋਸਤਾਂ ਨੇ। ਉਮਰ ਇਦਾਂ ਦੀ ਆ 15-16 ਸਾਲ ਦੀ, ਯਾਰੀ ਦੋਸਤੀ ਦੀ ਕਸਮ ਖਾ ਕੇ ਲਾ ਕੁਝ ਨਹੀਂ ਹੁੰਦਾ। ਸੋ ਮੈਂ ਚਾਹੁੰਦਾ ਪੰਜਾਬ ਦੁਬਾਰੇ ਪੰਜਾਬ ਬਣੇ, ਪੰਜਾਬ ਰੰਗਲਾ ਪੰਜਾਬ ਬਣੇ। ਪੰਜਾਬ ਜਿਹੜਾ ਭਾਰਤ ਦੀ ਮੁੰਦਰੀ ਦੇ ਵਿੱਚ ਇੱਕ ਨਗ ਹੈ, ਇਸ ਨਗਰ ਨੂੰ ਚਮਕਾਵਾਂਗੇ। ਤੁਸੀਂ ਜਾਣਾ, ਇੱਕ ਸਵਾਲ ਮੈਂ ਪੁੱਛਣਾ ਵੀ ਹੁਣ ਜਲੰਧਰ ਦੇ ਵਿੱਚ ਤੁਹਾਡੀ ਮੁਕਾਬਲੇ 'ਚ ਕਿਹਨੂੰ ਦੇਖਦੇ ਹੋ ਤੁਸੀਂ? ਦੇਖੋ, ਅਸੀਂ ਮਿਹਨਤ ਕਰ ਰਹੇ ਹਾਂ, ਸਾਡੇ ਵੱਲੋਂ ਮਿਹਨਤ 'ਚ ਕੋਈ ਕਮੀ ਨਹੀਂ ਰਹੂਗੀ। ਮੈਨੂੰ ਪੱਤਰਕਾਰ ਕਹਿੰਦੇ ਦਿੱਲੀ ਜਦੋਂ ਮੈਂ ਪ੍ਰਚਾਰ ਕਰ ਰਿਹਾ ਸੀ 2020 ਚ, कहते कितनी सीटें आएंगी? मैंने कहा लोगों का बहुत जोश है, बहुत जोश से लोग बाहर आ रहे हैं, रोड शो में फूल फेंक रहे हैं गाड़ी पर, बहुत सीटें आएंगी। वो कह रहे किसी सर्वे में नहीं आ रही है आम आदमी पार्टी। मैंने कहा क्या कहा? कहता हमारे किसी सर्वे में आम आदमी पार्टी आ नहीं रही। मैंने ये आम आदमी पार्टी है, सर्वे में नहीं आती, सरकार में आती है। तो किसी ने 92 सीटें वाला सर्वे नहीं दसिया सी भी 92 आउणगियां, सरकार आ गई। किसी ने 67 ते 63 नहीं दसिया सी दिल्ली च, ਉਹ ਆ ਗਈਆਂ। ਸੋ ਆਮ ਆਦਮੀ ਪਾਰਟੀ ਹੈ। ਲੋਕ ਜਿਹੜੇ ਨੇ ਉਹ ਇਸ ਗੱਲ ਤੋਂ, ਸਿਸਟਮ ਤੋਂ, ਮੁਕਾਬਲਾ ਕਿਹਦੇ ਨਾਲ ਹੈ? ਹਾਂਜੀ, ਮੁਕਾਬਲਾ ਕਿਹਦੇ ਨਾਲ ਹੈ? ਮੁਕਾਬਲਾ ਬੇਰੁਜ਼ਗਾਰੀ ਨਾਲ ਹੈ, ਗਰੀਬੀ ਨਾਲ ਹੈ, ਮਹਿੰਗਾਈ ਨਾਲ ਹੈ। ਮੁਕਾਬਲਾ ਬਿਜਲੀ ਸਸਤੀ ਕਰਨੀ ਹੈ, ਪੜ੍ਹਾਈ, ਐਜੂਕੇਸ਼ਨ ਕਾਂਗਰਸ ਬੀਜੇਪੀ ਅਕਾਲੀ ਨਾਲ ਹੈ ਨਹੀਂ। ਇਹ ਇਹਨਾਂ ਚੀਜ਼ਾਂ ਨਾਲ ਸੰਬੰਧ ਹੈਗਾ। ਬੇਰੁਜ਼ਗਾਰੀ, ਨਸ਼ੇ ਜਾਂ ਜਿਹੜੀ ਬਿਜਲੀ, ਇਹਨਾਂ ਦਾ ਸੰਬੰਧ ਹੈਗਾ। ਇਹ ਤਾਂ ਆਪਸ 'ਚ ਲੜ ਰਹੇ ਨੇ, ਅਸੀਂ ਲੋਕਾਂ ਲਈ ਲੜ ਰਹੇ ਹਾਂ। ਆ ਫਰਕ ਹੈ। ਚਲੋ, ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਕਿਉਂਕਿ ਜਲੰਧਰ ਦੇ ਵਿੱਚ ਵੀ ਇਹੀ ਮੁੱਦੇ ਨੇ ਸਾਰੇ, ਔਰ ਉਮੀਦ ਹੈ ਕਿ ਜਿਹੜੇ ਲੋਕ ਲਾਈਵ ਟੀਵੀ ਤੇ ਉਹਨਾਂ ਨੇ ਪੂਰੀ ਇੰਟਰਵਿਊ ਨੂੰ ਦੇਖਿਆ, ਉਹਨਾਂ ਤੱਕ ਇਹ ਮੁੱਦੇ ਜ਼ਰੂਰ ਪਹੁੰਚੇ ਹੋਣਗੇ। ਬਾਕੀ ਹਰ ਕਿਸੇ ਨੇ ਆਪਣੇ ਹਿਸਾਬ ਨਾਲ, ਕਹਿੰਦੇ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਔਰ ਫੈਸਲਾ ਉਹਨਾਂ ਨੇ ਕਰਨਾ। ਮੈਂ ਤੁਹਾਡੇ ਜਿਹੜੇ ਚੈਨਲ ਦੇ ਪ੍ਰੋਗਰਾਮ ਨੇ ਜੀ, ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦਾ। ਬਹੁਤ ਵਧੀਆ ਕੁਆਲਿਟੀ ਹੁੰਦੀ ਹੈ, ਔਰ ਤੁਸੀਂ ਅਪਕਮਿੰਗ ਨਵੀਂ ਜਨਰੇਸ਼ਨ ਜਿਹੜੀ ਹੈ ਸਾਡੀ ਉਹ ਜਰਨਲਿਜ਼ਮ 'ਚ ਆ ਰਹੀ ਹੈ। ਸੋ ਮੈਂ ਤਾਂ ਇਹੀ ਕਹੂੰਗਾ ਕਿ ਜਦੋਂ ਮੁੱਖ ਮੰਤਰੀ ਕੋਲੇ ਸਵਾਲ ਪੁੱਛਣ ਵਾਲੇ ਦੋ ਬੈਠੇ ਹੋਣ ਫਿਰ ਫਰਕ ਤਾਂ ਪੈਂਦੇ। ਸ਼ੁਕਰੀਆ, ਬਹੁਤ ਫਰਕ ਪਏਗਾ। ਜਲੰਧਰ ਦੇ ਵਿੱਚ ਜੋ ਰਿਜ਼ਲਟ ਆਉਣਗੇ ਉਸ ਦੇ ਨਾਲ ਵੀ ਫਰਕ ਪਏਗਾ, ਚਾਹੇ ਕਿਸੇ ਦੇ ਪੱਖ 'ਚ ਆ ਗਏ। ਮਾਨ ਸਾਹਿਬ ਨੇ ਕਿਹਾ ਸੀ ਕਿ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ, ਲੇਕਿਨ ਇਸ ਦਿਲ ਨੇ ਕਿਹਾ ਮਿਲਦੇ ਰਹੇ ਤਾਂ ਜ਼ਿੰਦਗੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।